ਹਾਂਜੀ ਨਮਸਕਾਰ, ਸਤਿ ਸ੍ਰੀ ਅਕਾਲ। ਐਵਰੀ ਸੰਡੇ ਮਿਲਦੇ 8 ਤੋਂ ਲੈ ਕੇ 9 ਵਜੇ ਤਾਈਂ ਤੇ ਇਨਫੋਰਮੇਸ਼ਨ ਗਰੁੱਪ ਦੇ ਵਿੱਚ। ਅੱਜ ਸਾਡੇ ਨਾਲ ਆਏ ਨੇ ਡਾਕਟਰ ਗੁਰਪ੍ਰੀਤ ਸਿੰਘ ਕੋਚੜ, ਕਾਰਡੀਓਲੋਜਿਸਟ, ਜਿਹੜੇ ਕਿ ਹਾਰਟ ਸਪੈਸ਼ਲਿਸਟ ਨੇ। ਉਹਨਾਂ ਨਾਲ ਗੱਲ ਕਰਾਂਗੇ ਹੈਲਥੀ ਹਾਰਟ ਤੇ ਸਟਾਰਟਿੰਗ ਵਿਦ ਕੋਵਿਡ ਬਾਰੇ। ਡਾਕਟਰ ਸਾਹਿਬ, ਕੋਵਿਡ ਬਾਰੇ ਕੋਈ ਇਨਫੋਰਮੇਸ਼ਨ ਪਹਿਲਾਂ ਸ਼ੇਅਰ ਕਰੋ। ਫੀਲਿੰਗ ਸੀ ਕਿ ਸਿਰਫ ਲੰਗਸ ਨੂੰ ਜ਼ਿਆਦਾ ਅਫੈਕਟ ਕਰਦੀ, ਪਰ ਜਿਉਂ-ਜਿਉਂ ਅਸੀਂ ਇਹਦੇ ਬਾਰੇ ਲਰਨ ਕਰ ਰਹੇ ਹਾਂ, ਇਕੱਲੇ ਲੰਗਸ ਨਹੀਂ, ਹਾਰਟ 'ਤੇ ਵੀ ਇਫੈਕਟ ਕਰਦੀ, ਕਿਡਨੀ 'ਤੇ ਵੀ ਅਤੇ ਬ੍ਰੇਨ 'ਤੇ ਵੀ। ਸੋ ਇਫੈਕਟ ਇਹ ਆ ਕਿ ਲੰਗਸ ਦੇ ਵਿੱਚ ਲੈਕ ਆਫ ਆਕਸੀਜਨੇਸ਼ਨ ਨਾਲ ਜਿਹੜੀਆਂ ਬਲੱਡ ਸੈਲਸ ਆ ਉਹਨਾਂ 'ਚੋਂ ਨਿਕਲ ਕੇ ਪਾਣੀ ਭਰ ਜਾਂਦਾ ਉਹਦੇ 'ਚ, ਲੰਗਸ ਦੇ ਵਿੱਚ। ਉਹਦਾ ਕੋਈ ਇਲਾਜ ਨਹੀਂ ਹੈ ਜ਼ਿਆਦਾ, ਇਸ ਲਈ ਬੰਦੇ ਜਦੋਂ ਸਾਹ ਚੜ੍ਹ ਜਾਏ ਤਾਂ ਤੁਸੀਂ ਵਾਇਰ ਪੋਜ਼ੀਟਿਵ ਹੋਏ, ਕੋਈ ਕੋਵਿਡ ਪੋਜ਼ੀਟਿਵ ਹੋਏ, ਸਾਹ ਚੜ੍ਹੇ, ਹਸਪਤਾਲ ਜਾਣਾ ਚਾਹੀਦਾ ਇਮੀਡੀਏਟਲੀ, ਕਿਉਂਕਿ ਸ਼ੁਰੂ 'ਚ ਤਾਂ ਮਾੜਾ ਜਿਹਾ ਇਲਾਜ ਕਰ ਸਕਦੇ। ਇੱਕ ਵਾਰੀ ਵੈਂਟੀਲੇਟਰ 'ਤੇ ਪਾ ਲਓ, ਬੜਾ ਔਖਾ ਕੰਮ ਹੋ ਜਾਂਦਾ। ਦੈਟ ਇਜ਼ ਨੰਬਰ 1। ਅਤੇ ਦੂਸਰਾ, ਜਿਉਂ ਅਸੀਂ ਲਰਨ ਕਰ ਰਹੇ ਹਾਂ, ਹਾਰਟ 'ਤੇ ਵੀ ਇਹਦੇ ਇਫੈਕਟ ਹੈ। ਜੇ 37% ਜਿਹੜੇ ਪੇਸ਼ੈਂਟ ਆ ਕੋਵਿਡ ਦੇ, ਉਹਨਾਂ ਨੂੰ ਹਾਰਟ ਅਟੈਕ ਹੋ ਰਿਹਾ, ਅਤੇ ਉਹ ਹਾਰਟ ਅਟੈਕ ਤਾਂ ਹੁੰਦੇ ਕਿਉਂਕਿ ਉਹਨਾਂ ਦੇ ਜਦੋਂ ਬਲੱਡ ਵੈਸਲ ਦੇ ਜਿਹੜਾ ਕੋਵਿਡ ਇਫੈਕਟ ਕਰਦੀ, ਉਹਦੇ 'ਚ ਬਲੱਡ ਕਲੌਟ ਇਕੱਠੇ ਹੋ ਜਾਂਦੇ। ਬਲੱਡ ਕਲੌਟ ਇਕੱਠੇ ਹੋਣ ਨਾਲ ਹਾਰਟ ਅਟੈਕ ਹੁੰਦਾ। ਉਹਦੇ ਨਾਲ ਜਿਹੜੀਆਂ ਆਰਟਰੀਆਂ ਬੰਦ ਹੋ ਜਾਂਦੀਆਂ, ਨਾਲ ਜਿਹੜਾ ਵਾਇਰਸ ਹੈ ਇਹ ਹਾਰਟ ਦੇ ਮਸਲ 'ਤੇ ਵੀ ਇਫੈਕਟ ਕਰਦੀ, ਉਹਦੇ ਨਾਲ ਇਨਫਲੇਮੇਸ਼ਨ ਹੋ ਜਾਂਦੀ ਜਿਹੜਾ ਹਾਰਟ ਦੀ। ਉਹਦਾ ਅਨਫੋਰਚੂਨੇਟਲੀ ਉਹਦੇ ਨਾਲ ਬਲੱਡ ਪ੍ਰੈਸ਼ਰ ਲੋ ਹੋ ਜਾਂਦਾ। ਅਤੇ ਜਿਹੜੇ ਬੰਦਿਆਂ ਨੂੰ ਹਾਰਟ ਅਟੈਕ ਵੀ ਹੋਏ ਅਤੇ ਕੋਵਿਡ ਵੀ ਪੋਜ਼ੀਟਿਵ ਹੋਏ, ਉਹਨਾਂ ਦਾ ਪ੍ਰੋਗਨੋਸਿਸ ਜਿਹੜਾ ਬੜਾ ਪੂਅਰ, ਮੀਨਿੰਗ ਉਹਨਾਂ ਦੀ ਡੈਥ ਰੇਟ 50%। ਇਸ ਲਈ ਇਹ ਚੀਜ਼ ਨੂੰ ਬੜਾ ਸੀਰੀਅਸਲੀ ਲੈਣਾ ਚਾਹੀਦਾ ਕਿ ਦੂਸਰਾ ਸਟ੍ਰੋਕ ਵੀ ਕਰ ਸਕਦੇ ਕੋਵਿਡ ਤੋਂ, ਅਤੇ ਕਿਡਨੀ ਦੇ ਵਿੱਚ ਵੀ ਕਿਡਨੀ ਡੈਮੇਜ ਵੀ ਹੋ ਸਕਦੇ ਬੇਸਿਕਲੀ, ਕਿਉਂਕਿ ਜਿੱਥੇ ਸਾਡੇ ਸੈੱਲ ਆ ਉੱਥੇ ਵਾਇਰਸ ਵੜ ਸਕਦੇ, ਉਹਦੇ ਨਾਲ ਹਰ ਸੈੱਲ ਡੈਮੇਜ ਹੁੰਦਾ। ਇਹਦਾ ਬੈਸਟ ਮੇਰੀ ਸਿਚੁਏਸ਼ਨ ਹੈ, ਕਲੀਨਿਕਲ ਇੰਪੈਕਟ ਤਾਂ ਇਹ ਹੈ ਕਿ ਤੁਸੀਂ ਇਹਨੂੰ ਪ੍ਰੀਵੈਂਸ਼ਨ ਜਿਹੜੀ ਸਭ ਤੋਂ ਵੱਡੀ ਬਹੁਤ ਇੰਪੋਰਟੈਂਟ, ਕਿ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਇੱਕ ਤਾਂ ਮਾਸਕ ਪਾ ਰੱਖੋ, ਦੂਜਾ ਸੋਸ਼ਲ ਡਿਸਟੈਂਸ ਰੱਖੋ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਜੇ ਦੋ ਬੰਦੇ ਗੱਲਬਾਤ ਕਰ ਰਹੇ ਤੇ ਦੋਨਾਂ ਨੇ ਨਹੀਂ ਮਾਸਕ ਪਾਇਆ, 50% ਇੱਕ ਨੇ ਮਾਸਕ ਪਾਇਆ ਦੂਜੇ ਨੇ ਨਹੀਂ ਪਾਇਆ, ਤਾਂ 30% ਨੂੰ ਹੋਏਗੀ। ਜੇ ਦੋਨਾਂ ਨੇ ਮਾਸਕ ਪਾਇਆ ਤੇ ਉਹ ਘਟ ਕੇ 17% ਹੋ ਜਾਂਦੀ। ਸੋ ਇਸ ਲਈ ਜਦੋਂ ਵੀ ਤੁਸੀਂ ਗੱਲਬਾਤ ਕਰੋ, ਉਹ ਮਾਸਕ ਪਾ ਕੇ ਕਰੋ, ਕਿ ਹੋ ਸਕਦਾ ਕਿਸੇ ਨੂੰ ਪੋਜ਼ੀਟਿਵ ਹੋਏ। ਕਿਸੇ ਨੂੰ ਪੋਜ਼ੀਟਿਵ ਜਿਹੜੀ ਹੁੰਦੀ, ਉਹਨਾਂ ਦੇ ਕਈ ਵਾਰੀ ਸਿੰਪਟਮਸ ਨਹੀਂ ਹੁੰਦੇ, ਇਹ ਸਿੰਪਟੋਮੈਟਿਕ ਹੁੰਦੇ, ਮਾਈਲਡ ਡਿਜ਼ੀਜ਼। ਇਹ ਇਸ ਲਈ ਪ੍ਰੀਵੈਂਸ਼ਨ ਬਹੁਤ ਇੰਪੋਰਟੈਂਟ ਹੈ, ਮਾਸਕ ਪਾਉਣਾ ਬੜਾ ਇੰਪੋਰਟੈਂਟ। ਅਤੇ ਹਾਲੇ ਸਾਲ ਇੱਦਾਂ ਹੀ ਚੱਲਦਾ ਰਹਿਣਾ, ਅਤੇ ਦੇਖੋ। ਅਤੇ ਬਾਕੀ ਜਿਹੜੀ ਹੁਣ ਰੋਲ ਆਊਟ ਨਹੀਂ ਹੋਇਆ, ਹਰ ਜਗ੍ਹਾ ਹੋਈ ਹੈ, ਫਾਈਜ਼ਰ ਅਤੇ ਮੈਡਰੋਨਾ, ਦੋਨਾਂ 'ਚ ਬਹੁਤਾ ਫਰਕ ਨਹੀਂ। ਇੱਕ ਵੈਕਸੀਨ ਜਿਹੜੀ ਦੋਨਾਂ 'ਚ 2 ਡੋਜ਼ਸ ਲੱਗਣੀਆਂ ਪੈਂਦੀਆਂ। ਇੱਕ ਡੋਜ਼ ਜਿਹੜੀ ਫਾਈਜ਼ਰ ਦੀ ਕੰਪਨੀ ਦੀ ਹੈ, 21 ਦਿਨਾਂ ਬਾਅਦ ਸੈਕਿੰਡ ਡੋਜ਼ ਚਾਹੀਦੀ, ਅਤੇ ਮੋਡਰਨਾ ਦੀ 28 ਦਿਨਾਂ ਬਾਅਦ ਸੈਕਿੰਡ ਡੋਜ਼ ਚਾਹੀਦੀ। ਜਿਹੜਾ ਇਫੈਕਟ ਹੈ ਇਹਦਾ 90 to 95% ਇਫੈਕਟਿਵ ਹੈ, ਵਿਚ ਇਜ਼ ਵੈਰੀ ਗੁੱਡ। ਹਾਂ, ਤਾਂ ਵੀ ਹੋ ਸਕਦੀ ਕੋਵਿਡ ਲਗਾ ਕੇ ਵੀ, ਪਰ ਉਹਦੇ ਚਾਂਸ 5% ਘੱਟ, 5% ਆ ਸਾਰੇ, ਅਤੇ 90 to 95% ਇਫੈਕਟਿਵ। ਅਤੇ ਇਹਦੇ ਵੈਕਸੀਨ ਦੇ ਜਿਹੜੇ ਤੁਹਾਨੂੰ ਜਦੋਂ ਵੈਕਸੀਨ ਮਿਲੇਗੀ ਉਦੋਂ ਕਈ ਮੈਂ ਹੈਂਡ ਆਊਟ 'ਤੇ ਵੀ ਤੁਹਾਨੂੰ ਦੱਸਿਆ ਕਿ ਇਹ ਦੇਖਣਾ ਪਏਗਾ ਕਿ ਕਿਹੜੇ ਬੰਦਿਆਂ ਨੂੰ ਅਸੀਂ ਨਹੀਂ ਵੈਕਸੀਨ ਦੇ ਸਕਦੇ। ਉਹਨਾਂ 'ਚ ਹੈ ਜਿਹਨਾਂ ਨੂੰ ਐਲਰਜੀ ਹੋਏ ਕਿਸੇ ਚੀਜ਼ ਦੀ, ਫੀਵਰ ਹੋਏ, ਜਿਹਨਾਂ ਦਾ ਬਲੱਡ ਥਿਨਰ 'ਤੇ ਹੋਣ, ਜਾਂ ਜਿਹਨਾਂ ਦਾ ਹਾਰਟ ਟਰਾਂਸਪਲਾਂਟ ਹੋਇਆ ਹੋਏ, ਕਿਡਨੀ ਟਰਾਂਸਪਲਾਂਟ ਹੋਏ, ਉਹਨਾਂ ਦੀ ਇਮਿਊਨਿਟੀ ਘੱਟ ਹੋਏ, ਜਾਂ ਜਿਹੜੇ ਲੇਡੀਜ਼ ਹੈ ਜਿਹੜਾ ਪ੍ਰੈਗਨੈਂਟ ਹੋਣ ਜਾਂ ਬ੍ਰੈਸਟ ਫੀਡਿੰਗ ਹੋਣ, ਉਹਨਾਂ 'ਤੇ ਵੀ ਅਸੀਂ ਕਹਿੰਦੇ ਹਾਲੇ ਨਾ ਲਾਓ। ਅਤੇ ਜਾਂ ਜਿਹਨਾਂ ਨੇ ਪਹਿਲਾਂ ਇੱਕ ਵੈਕਸੀਨ ਲਈ ਹੈ, ਸਪੋਜ਼ਿੰਗ ਅੱਜ ਮੈਂ ਫਾਈਜ਼ਰ ਦੀ ਲੈ ਲਈ, ਫਿਰ ਮੈਂ ਲੋੜ ਕਰਦਾ ਲੈ ਲਾ, ਮਿਕਸ ਨਹੀਂ ਕਰ ਸਕਦੇ, ਸਟੱਡੀ ਨਹੀਂ ਹੈ ਹਾਲੇ, ਸਾਰਾ ਕੁਝ ਬਿਗਨਿੰਗ 'ਚ ਚੱਲ ਰਿਹਾ। ਸੋ ਇਹ ਹੈ
ਤੇ ਜਿਹੜਾ ਨੂੰ ਸੀਵੀਅਰ ਅਲਰਜਿਕ ਰਿਐਕਸ਼ਨ ਹੋਏ ਉਹਨਾਂ ਨੂੰ ਅਸੀਂ ਨਹੀਂ ਦਿੰਦੇ। ਤੇ 2 ਡੋਜ਼ਸ ਹੁੰਦੀਆਂ, ਇੱਕ ਮਸਲ 'ਚ ਇੰਜੈਕਸ਼ਨ ਦਿੰਦੇ, ਸਕਿਨ ਦੇ ਵਿੱਚ ਨਹੀਂ ਹੈ, ਤੇ 3 ਹਫ਼ਤਿਆਂ ਬਾਅਦ ਫਿਰ ਦੂਜਾ ਇੰਜੈਕਸ਼ਨ ਨਾਲ 95% ਇਫੈਕਟਿਵ। ਜੇ ਤੁਸੀਂ ਇੱਕੋ ਇੰਜੈਕਸ਼ਨ ਲਓ ਤਾਂ ਓਨਲੀ 70% ਇਫੈਕਟਿਵ। ਬਾਕੀ ਸਾਈਡ ਇਫੈਕਟਸ ਹੀ ਹੈ ਵੈਕਸੀਨ ਦੇ। ਸਾਈਡ ਇਫੈਕਟ ਜਿਵੇਂ ਜਿੱਥੇ ਇੰਜੈਕਸ਼ਨ ਟੀਕਾ ਲਾਉਂਦੇ ਉੱਥੇ ਰੈਡਨੈਸ ਹੋ ਸਕਦੀ, ਇਚਿੰਗ ਹੋ ਸਕਦੀ, ਹੈਡੇਕ ਹੋ ਸਕਦੀ, ਤੇ ਇਹ ਜਿਹੜੇ ਸਿੰਪਟਮਾਂ ਜਿਹੜੀਆਂ ਸਟੱਡੀ ਹੋਈਆਂ ਉਹਨਾਂ 'ਚ ਇਹ ਦੱਸਿਆ ਗਿਆ ਕਿ 24 ਤੇ 48 ਘੰਟੇ ਤੋਂ ਬਾਅਦ ਇਹ ਡਿਸਅਪੀਅਰ ਹੋ ਜਾਣੇ ਚਾਹੀਦੇ। ਜੇ 24 ਤੇ 48 ਘੰਟੇ ਬਾਅਦ ਨਾ ਡਿਸਅਪੀਅਰ ਹੋਣ ਫਿਰ ਸਾਨੂੰ ਆਪਣੇ ਡਾਕਟਰ ਨੂੰ ਦਿਖਾਉਣਾ ਚਾਹੀਦਾ। ਤੇ ਜਿਹੜੇ ਨਾਰਮਲੀ ਇਹ ਮਾਈਨਰ ਸਾਈਡ ਇਫੈਕਟ, ਜਿਹੜੇ ਸੀਵੀਅਰ ਸਾਈਡ ਇਫੈਕਟ ਹੈ ਉਹ ਹੈ ਤੁਹਾਡੇ ਸਾਹ ਨਾਲ ਚੜੇ ਡਿਫਿਕਲਟੀ, ਫੇਸ ਤੇ ਸਵੈਲਿੰਗ ਹੋ ਗਈ, ਮੂੰਹ ਤੇ ਸਵੈਲਿੰਗ ਹੋ ਗਈ, ਫਾਸਟ ਹਾਰਟ ਬੀਟ ਹੋ ਗਈ, ਰੈਸ਼ ਹੋ ਗਈ, ਡਿਜ਼ੀਨੈਸ ਹੋ ਗਈ, ਵੀਕਨੈਸ ਹੋਈ। ਇਹੋ ਜਿਹਾ ਲਈ ਵੈਕਸੀਨ ਦੇਣ ਤੋਂ ਬਾਅਦ ਤੁਹਾਨੂੰ ਐਡਵਾਈਸ ਕਰਨਗੇ ਕਿ ਤੁਸੀਂ 15 ਮਿੰਟ ਜਾਂ 20 ਮਿੰਟ ਉੱਥੇ ਵੇਟ ਕਰੋ, ਆਪਣੇ ਘਰ ਨਾ ਜਾਓ, ਤਾਂ ਕਿ ਓਬਜ਼ਰਵ ਕਰ ਸਕਣ ਕੋਈ ਸਾਈਡ ਇਫੈਕਟ ਤਾਂ ਨਹੀਂ ਹੈ। ਤੋ ਇਹ ਚੀਜ਼ਾਂ ਬੜੀਆਂ ਇੰਪੋਰਟੈਂਟ ਹੈ। ਤੇ ਬਾਕੀ ਤੁਹਾਡੇ ਕੋਲ ਜਿਹੜੀਆਂ ਵੀ ਕੋਈ ਰਿਐਕਸ਼ਨ ਹੁੰਦੇ ਤੁਹਾਡਾ ਡਾਕਟਰ ਜਾਂ ਜਿਹਨੇ ਵੀ ਦਿੱਤੇ ਫਾਰਮਾਸਿਸਟ ਨੇ ਉਹ ਰਿਪੋਰਟ ਕਰਦੇ FDA। ਤੇ ਕਈਆਂ ਦਾ ਕੁਐਸਚਨ ਹੋਣਾ ਕਿ ਵੈਕਸੀਨ ਤਾਂ ਨਹੀਂ ਕਾਜ਼ ਕਰ ਦਿੰਦੀ ਕੋਵਿਡ। ਆਨਸਰ ਜਿਹੜਾ ਹੈ ਫਾਈਜ਼ਰ ਤੇ ਮੈਡਰੋਨਾ ਦਾ ਆਨਸਰ ਇਜ਼ ਨੋ। ਇੱਕ ਵਾਰੀ ਤੁਸੀਂ ਵੈਕਸੀਨ ਲਾ ਗਈ, ਵੈਕਸੀਨ ਕਦੀ ਕਾਜ਼ ਕਰੇਗੀ ਕੋਵਿਡ। ਉਹ ਇਸ ਲਈ ਹੈ ਕਿਉਂਕਿ ਇਹ ਜਿਹੜੀ ਵੈਕਸੀਨ ਬਣੀ ਹੋਈ ਹੈ RNA ਮੈਸੇਂਜਰ RNA ਹੁੰਦੇ ਸੈੱਲ ਦੇ ਵਿੱਚ, ਉਹਨੇ ਦਿੱਤੀ। ਇੱਕ ਜੌਨਸਨ ਕੰਪਨੀ ਦੀ ਆ ਰਹੀ ਵੈਕਸੀਨ, ਤੇ ਉਹ ਹੋ ਗਈ ਆ ਲਾਈਵ ਅਟੈਨੂਏਟਡ ਵੈਕਸੀਨ, ਮੀਨਿੰਗ ਵਾਇਰਸ ਹੈ ਉਹਨੂੰ ਉਹਦਾ ਇਫੈਕਟ ਨਿਊਟਰਲਾਈਜ਼ ਕਰਕੇ ਉਹਨੂੰ ਦੇਣਗੇ। ਹੋ ਸਕਦਾ ਉਹਦੇ 'ਚ ਕੋਵਿਡ ਹੋ ਜਾਏ, ਪਰ ਜਿਹੜੀਆਂ ਕਰੰਟਲੀ ਅਵੇਲੇਬਲ ਹੈ ਉਹਨਾਂ 'ਚ ਕੋਵਿਡ ਦੇ ਚਾਂਸ ਇੱਕ ਵਾਰੀ ਲੈ ਲਓ ਨਹੀਂ ਹੋਣਗੇ। ਦੂਜਾ ਜਿਹਨਾਂ ਨੂੰ ਕੋਵਿਡ ਹੋ ਗਈ, ਕੁਐਸਚਨ ਅਰਾਈਜ਼ ਤੁਹਾਨੂੰ ਵੀ ਹੋਏਗਾ ਮਨ 'ਚ ਕਿ ਉਹਨਾਂ ਨੂੰ ਲੈਣੀ ਚਾਹੀਦੀ ਵੈਕਸੀਨ, ਕਈ ਬੰਦਿਆਂ ਨੂੰ ਭਰਾਵਾਂ ਨੂੰ। ਆਨਸਰ ਇਜ਼ ਕਿ 90 ਡੇਜ਼ ਤੋਂ ਬਾਅਦ ਉਹਨਾਂ ਨੂੰ ਲੈਣੀ ਪਏਗੀ ਵੈਕਸੀਨ, ਕਿਉਂਕਿ 90 ਡੇਜ਼ ਤੱਕ ਉਹਨਾਂ ਨੂੰ ਪ੍ਰੋਟੈਕਸ਼ਨ ਹੁੰਦੀ, ਐਂਟੀਬਾਡੀਜ਼ ਜਿਹੜੀਆਂ ਉਹ ਹੁੰਦੀਆਂ ਬਾਡੀ ਦੇ ਵਿੱਚ, ਉਹ ਪ੍ਰੋਟੈਕਟ ਕਰਦੀਆਂ ਰਹਿਣ। ਸੋ ਇਸ ਲਈ ਇਹ ਸਾਰੇ ਚੀਜ਼ਾਂ ਦਾ ਖਿਆਲ ਕਰਕੇ ਇਹ ਵੈਕਸੀਨ ਦੇ ਜਿਹੜੇ ਬੈਨੀਫਿਟਸ ਆ ਉਹ ਆਊਟਵੇ ਦਾ ਰਿਸਕ, ਇਸ ਲਈ ਲਵਾਉਣੀ ਜ਼ਰੂਰ ਚਾਹੀਦੀ। ਕਦੋਂ ਅਵੇਲੇਬਲ ਹੋਏਗੀ ਇਹ ਤੁਹਾਨੂੰ ਬੜਾ ਕਾਮਨ ਕੁਐਸਚਨ ਹੈ। ਮੈਂ ਹੈਂਡ ਆਊਟ 'ਚ ਵੀ ਦਿੱਤਾ, ਹਾਲੇ ਉਹ ਸਰਕਾਰ ਨੇ ਰੋਲ ਆਊਟ ਕੀਤਾ, ਫੇਜ਼ 1 ਤੇ ਚੱਲ ਰਿਹਾ, ਫੇਜ਼ 1A। ਫੇਜ਼ 1A ਹੈ ਜਿਹੜੇ ਹਸਪਤਾਲਾਂ 'ਚ ਨਰਸਾਂ ਨੂੰ, ਡਾਕਟਰਾਂ ਨੂੰ, ਉਹਨਾਂ ਨੂੰ ਮਿਲ ਰਹੇ। ਫੇਜ਼ 1B ਦੇ ਵਿੱਚ ਹੋਏਗਾ ਜਿਹੜੇ ਨਰਸਿੰਗ ਹੋਮ ਜਿੱਥੇ ਜ਼ਿਆਦਾ ਹੋਣਗੇ। ਫੇਜ਼ 2 ਦੇ ਵਿੱਚ ਉਹ ਹੋਏਗਾ ਜਿੱਥੇ ਪੁਲਿਸਮੈਨ, ਫਾਇਰ ਆਰਮ ਉਹ ਹੋਏਗਾ ਬੰਦਿਆਂ ਨੂੰ। ਫੇਜ਼ 3 ਦੇ ਵਿੱਚ ਜਾਂ ਜਿਹੜਾ ਕੋਈ 75 ਈਅਰਸ ਤੋਂ ਉੱਪਰ ਆ, ਜਾਂ ਜਿਹੜਾ ਹਾਰਟ ਪ੍ਰੋਬਲਮ ਆ, ਡਾਇਬੈਟਿਕ ਆ, ਮੋਟੇ ਬੰਦੇ ਓਬੀਸ, ਉਹਨਾਂ ਨੂੰ ਹੋਣ। ਤੇ ਲਾਸਟਲੀ ਜਿਹੜੇ ਯੰਗਰ ਬੰਦੇ ਉਹ ਫੇਜ਼ 4 ਤੇ ਆ ਗਏ। ਤੇ ਮੇਰਾ ਗੈਸ ਵਰਕ ਹੈ, ਹਾਲੇ ਕਨਫਰਮ ਨਹੀਂ ਹੈ ਕਿਉਂਕਿ ਗੌਰਮੈਂਟ ਵਧਣ ਨਾਲ ਹੋ ਸਕਦਾ ਜਲਦੀ ਸ਼ੁਰੂ ਹੋਏ। ਉਹਨਾਂ ਦਾ ਫੀਲਿੰਗ ਹੈ ਕਿ ਮਾਰਚ ਤੱਕ ਲੋਟ ਅਮਰੀਕਨ ਨੂੰ, ਕਾਫੀ ਅਮਰੀਕਨ ਨੂੰ ਮਿਲ ਜਾਏਗੀ। ਉਹਦੇ ਨਾਲ ਜਿੰਨੇ ਵੀ ਐਵਰੀ ਅਮਰੀਕਨ ਸ਼ੁੱਡ ਗੈਟ ਇਟ। ਉਹਦੇ ਨਾਲ ਇਹ ਹੁੰਦਾ ਕਿ ਹਰਡ ਇਮਿਊਨਿਟੀ ਬਣ ਜਾਂਦੀ। ਹਰਡ ਇਮਿਊਨਿਟੀ ਦਾ ਮਤਲਬ ਇਹ ਆ ਕਿ ਇੰਨੇ ਹੀ ਹੋ ਜਾਂਦੀ ਪਾਪੂਲੇਸ਼ਨ ਦੇ ਵਿੱਚ ਇਮਿਊਨਿਟੀ ਕਿ ਵਾਇਰਸ ਜਿਹੜੀ ਬੀਟ ਨਹੀਂ ਕਰ ਸਕਦੀ। ਬਾਕੀ ਮੈਂ ਇਸ ਤੋਂ ਜ਼ਿਆਦਾ ਨਹੀਂ ਐਮਫਸਾਈਜ਼ ਕਰਾਂਗਾ, ਇਹਨੂੰ ਸੀਰੀਅਸਲੀ ਲਓ। ਇਹ ਫਲੂ ਲਾਈਕ ਸਿੰਪਟਮਸ ਹੁੰਦੇ, ਇਹਦਾ ਪਤਾ ਨਹੀਂ ਲੱਗਦਾ। ਇਸ ਲਈ ਤੁਹਾਨੂੰ ਫਲੂ ਲਾਈਕ ਸਿੰਪਟਮ ਦੇ ਨਾਲ ਜੇ ਫੀਵਰ ਹਾਈ ਹੋਏ 102, ਡਾਇਰੀਆ ਹੋਏ, ਚੇਸਟ ਹੋਏ ਮੂੰਹ 'ਚ, ਉਹਦਾ ਕੋਵਿਡ ਟੈਸਟ ਜ਼ਰੂਰ ਕਰਾਓ, ਕਿਉਂਕਿ ਇਹਨੂੰ ਜਲਦੀ ਸਟੇਜ 'ਤੇ ਫੜ ਲਓਗੇ, ਮਾਈਲਡ ਸਟੇਜ 'ਤੇ, ਤਾਂ ਜਿਹੜੀਆਂ ਕੰਪਲੀਕੇਸ਼ਨ ਜਿਹੜੀਆਂ ਮੈਂ ਮੈਂਸ਼ਨ ਕੀਤੀਆਂ ਲੰਗ ਦੇ ਵਿੱਚ, ਹਾਰਟ ਦੇ ਵਿੱਚ, ਉਹ ਘੱਟ ਜਾਣ। ਤੇ ਹੁਣ ਗੁੱਡ ਨਿਊਜ਼ ਇਸ ਕਿ ਵੀ ਆਰ ਨੀਅਰ ਦਾ ਐਂਡ ਆਫ ਦਿਸ। ਦੇयर इज अ ਲਾਈਟ ਐਟ ਦਾ ਐਂਡ ਆਫ ਅ ਟਨਲ ਕਹਿ ਦੋ। ਕੋਈ ਹੋਰ ਸਵਾਲ? ਹੁਣ ਮੈਂ ਸਮਰਾਈਜ਼ ਕਰਤਾ,
हाँ जी ਬਾਕੀ डॉक्टर ਹਾਰਟ साहब ਦੇ ਸੈਪਰੇਟ ਸਵਾਲ ਹੁਣ ਮੈਂ ਕਰ हाँ जी ਦੱਸ ਇੱਕ ਮੇਰਾ ਕੁਐਸਚਨ ਸੀ ਕਿ ਤੁਸੀਂ ਕਿਹਾ 37% ਚਾਂਸ ਹੈ ਕਿ ਉਹਨਾਂ ਨੂੰ ਹਾਰਟ ਅਟੈਕ ਹੋ ਸਕਦਾ ਇੱਕ ਵਾਰੀ ਕੋਵਿਡ ਹੋ ਸਕੇ ਹਾਂਜੀ ਇੱਕ ਜਿਹੜੇ ਵਾਰੀ ਹੋ ਸੀਰੀਅਸ ਜਾਵੇ ਹੋਏ ਹਾਂਜੀ ਇਹ ਅੱਛਾ ਇਹ ਫਿਰ ਕਾਫੀ ਸੀਰੀਅਸ ਹੈ ਇਸ ਕਰਕੇ ਸਾਰੇ ਮੇਰੇ ਭੈਣ ਭਰਾ ਵੀ ਸੀਰੀਅਸ ਹੋ ਇਹ ਪੂਰਾ ਬਹੁਤ ਜ਼ਿਆਦਾ ਸੀਰੀਅਸ ਹੋਣ ਦੀ ਗੱਲ ਆ ਆਪਾਂ ਮੈਂ ਦੇਖਿਆ ਕੇਸ ਬਹੁਤ ਵੱਧ ਰਹੇ ਆ ਜਿਵੇਂ 4000 ਪਰ ਡੇ ਅਜੇ ਵੀ ਡੈਥਸ ਹੋ ਰਹੀਆਂ ਇਸ ਕਰਕੇ ਸਾਰੇ ਆਪਣੀ ਸਿਹਤ ਦਾ ਆਪੇ ਖਿਆਲ ਰੱਖੋ ਕੋਈ ਆਪਣਾ ਮੇਰਾ ਕੁਐਸਚਨ ਇੱਕ ਹੈਗਾ ਹੈਲੋ ਹਾਂਜੀ 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 ਮੈਂ ਇਹ ਪੁੱਛਣਾ ਚਾਹੁੰਦਾ ਵੀ ਜਿਸ ਹਿਸਾਬ ਨਾਲ ਇਹਦਾ ਡਰ ਫੈਲਾਇਆ ਜਾਂ ਡਰ ਨਾਲ ਤੇ ਬੰਦਾ ਤੰਦਰੁਸਤ ਮਰ ਜਾਂਦਾ ਉਦਾਂ ਹੀ ਵੈਸੇ ਵੀ ਉਦਾਂ ਤੰਦਰੁਸਤ ਹੋਵੇ ਤੇ ਉਹਨੂੰ ਵੀ ਡਰ ਪਾ ਜੇ ਤਾਂ ਉਹ ਵੀ ਬੰਦਾ ਮਰ ਜੂਗਾ ਇਹ ਜਿਸ ਹਿਸਾਬ ਨਾਲ ਮਤਲਬ ਡਰ ਜਿਹੜਾ ਵਧਾਇਆ ਜਾ ਰਿਹਾ ਹੈਗਾ ਵੱਧ ਚੜ ਕੇ ਉਹ ਤੇ ਬੰਦੇ ਆਪ ਹੀ ਜਾਨੀ ਕਿ ਮਰੀ ਜਾਂਦੇ ਜਿੱਦਾਂ ਹੁਣ ਇੰਡੀਆ ਦੀ ਐਗਜ਼ਾਮਪਲ ਇਹੀ ਦੇਖਦੇ ਪਏ ਆ ਇੰਡੀਆ ਜੋ ਇਸ ਵੇਲੇ ਐਜੀਟੇਸ਼ਨ ਚੱਲਦਾ ਪਿਆ ਉਹ ਕਹਿੰਦੇ ਵੀ ਪੈਂਡੈਮਿਕ ਹੈ ਹੀ ਨਹੀਂ ਇਹ ਤੇ ਪਲਾਂਡੈਮਿਕ ਆ ਅਸੀਂ ਉਹਨੂੰ ਐਗਜ਼ਾਮਪਲ ਦੇ ਕੇ ਅਸੀਂ ਦੇਖਦੇ ਹਾਂ ਮਾੜਾ ਜਿਹਾ ਹੌਸਲਾ ਮਿਲਦਾ ਵੀ ਚਲੋ ਇਹ ਮਾੜਾ ਕੋਈ ਐਵੇਂ ਲੋਕਾਂ ਨੇ ਫਲਾਇਆ ਹੈਗਾ ਚਲੋ ਆਪਣੇ ਪ੍ਰੀਕਾਸ਼ਨ ਕਰੋ ਇਹ ਸਭ ਕੁਝ ਹੀ ਕਰਦੇ ਪਏ ਆ ਪਰ ਇਹਦੇ ਚ ਦੱਸੋ ਵੀ ਇਹ ਮਤਲਬ ਲੋਕੀ ਡਰ ਜ਼ਿਆਦਾ ਫੈਲਾ ਰਹੇ ਇਹਦੇ ਬਾਰੇ ਕਿ ਰੀਅਲ ਡਰ ਜਾਨੀ ਮੈਂ ਤੁਹਾਨੂੰ ਆਨਸਰ ਕਰਦਾ ਡਰ ਨਹੀਂ ਸੀਰੀਅਸ ਕੰਮ ਤੇ ਠੀਕ ਹੈ ਤੁਸੀਂ WHO ਦੇ ਦੇਖੋ ਉਹਨਾਂ ਨੇ ਪੈਂਡੈਮਿਕ ਪਹਿਲਾਂ ਹੁੰਦਾ ਜੇ ਵਰਲਡ ਦੇ ਵਿੱਚ ਇੰਨੇ ਕੇਸ ਹੋ ਜਾਣ ਉਹ ਪੈਂਡੈਮਿਕ ਇਹਨੂੰ ਇਹ ਨਾ ਸੋਚੋ ਕਿ ਡਰ ਫੈਲਾਏ ਇਹਨੂੰ ਤੁਸੀਂ ਰਿਸਪੈਕਟ ਕਰੋ ਇਸ ਬਿਮਾਰੀ ਨੂੰ ਅਸੀਂ ਤਾਂ ਰੋਜ਼ ਦੇਖਦੇ ਹੁਣ ਮੈਂ ਦੇਖਦਾ ਕਿ ਹਸਪਤਾਲਾਂ ਦੇ ਵਿੱਚ ਸਾਡੇ ਹਸਪਤਾਲਾਂ ਦੀ 50% ਮਰੀਜ਼ ਜਿਹੜੇ ਵਾਇਰਸ ਹੈ ਉਹਨਾਂ ਨੂੰ ਹਾਰਟ ਪ੍ਰੋਬਲਮ ਵੀ ਹੁੰਦੀ ਸਾਨੂੰ ਜਾ ਕੇ ਦੇਖਣਾ ਪੈਂਦਾ ਸੋ ਇੱਕ ਵਾਰੀ ਹੱਥੋਂ ਨਿਕਲ ਜਾਏ ਤੇ ਉਹ ਕੰਮ ਔਖਾ ਹੈ ਪਹਿਲਾਂ ਹੀ ਸਾਂਭੋ ਇਹ ਬੜੇ ਡਰ ਵਾਲੀ ਨਹੀਂ ਫੈਲਾਉਣ ਵਾਲੀ ਗੱਲ ਨਹੀਂ ਹੈ ਇਹ ਸੀਰੀਅਸ ਕੰਮ ਮੈਂ ਤਾਂ ਗੁਰਦੁਆਰਾ ਸਾਹਿਬ ਵੀ ਬੜਾ ਹੈਰਾਨ ਹਾਂ ਕਿ ਕਈ ਵਾਰੀ ਭਾਈ ਸਾਹਿਬ ਨੇ ਕਈਆਂ ਨੇ ਨਹੀਂ ਪਾਏ ਹੁੰਦੇ ਮਾਸਕ ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਜ਼ਰੂਰ ਪਾਉਣ ਅਸੀਂ ਡਾਕਟਰ ਸਾਹਿਬ ਮਾਸਕ ਤੇ ਲਾਈ ਨਹੀਂ ਅਸੀਂ ਸਾਲ ਹੋ ਗਿਆ ਪਾਉਂਦੇ ਨੂੰ ਅਸੀਂ ਘਰੋਂ ਪਾ ਕੇ ਜਲਦੀ ਦੇ ਘਰੋਂ ਆ ਕੇ ਲਾਈਦੇ ਜਾ ਕੇ ਨਹੀਂ ਕਰੋਗੇ ਘਰੋਂ ਹੀ ਪਾ ਕੇ ਚੱਲ ਜੀ ਦੇ ਜੌਬ ਤੇ ਘਰੋਂ ਹੀ ਆ ਕੇ ਲਾਈਦੇ ਜਾ ਘਰ ਆ ਕੇ ਜਾ ਸੋ ਥੋੜੀ ਐਗਜ਼ਾਮਪਲ ਦੇਖ ਕੇ ਮਤਲਬ ਵੀ ਉਹ ਚੀਜ਼ ਕਹਿੰਦੇ ਮਾਸਕ ਵੀ ਪਾਓ ਤੇ ਥੋੜਾ ਦਿਲ ਵੀ ਸਟਰੋਂਗ ਰੱਖਣਾ ਪੈਣਾ ਨਾ ਸਾਨੂੰ ਵੀ ਇੰਨਾ ਵੀ ਮਤਲਬ ਵੀ ਹੈਵੀ ਨਾ ਹੁੰਦੀ ਹੈ ਅਸੀਂ ਮਾਈਂਡ ਆਪਣੇ ਦੇ ਵੀ ਉਦਾਂ ਮਾਸਕ ਪਾਏ ਮਰਜੀ ਉਦਾਂ ਹੀ ਹਾਂ ਨਹੀਂ ਚੰਗਾ ਕਰਦੇ ਐਂਡ ਟੂ ਐਂਡ ਮੈਂ ਡਾਕਟਰ ਸਾਹਿਬ ਹੋਰ ਕੋਈ ਸਵਾਲ ਮੈਂ ਦੇਖ ਰਿਹਾ ਸਵਾਲ ਡਾਕਟਰ ਹਾਂਜੀ ਇੱਕ ਜਿਹੜੀ ਨਵਾਂ ਸਟ੍ਰੇਨ ਆ ਗਿਆ ਉਹ ਕਿੰਨਾ ਉਹਦੇ ਬਾਰੇ ਕੀ ਤੁਹਾਨੂੰ ਪਤਾ ਚੱਲਣਾ ਇਹਦੇ ਬਾਰੇ ਨਵਾਂ ਸਟ੍ਰੇਨ ਜਿਹੜਾ ਮੋਰ ਇਫੈਕਟਿਵਲੀ ਜ਼ਿਆਦਾ ਫੈਲ ਰਿਹਾ ਕਹਿੰਦੇ ਉਹ ਕੁਇਕਲੀ ਅੱਛਾ ਨਵਾਂ ਸਟ੍ਰੇਨ ਗੁੱਡ ਕੁਐਸਚਨ ਇਹ ਨਵਾਂ ਸਟ੍ਰੇਨ ਜਿਹੜਾ ਹਾਲੇ ਅਮਰੀਕਾ 'ਚ ਘੱਟ ਯੂਰਪ 'ਚ ਜ਼ਿਆਦਾ ਨਵੇਂ ਸਟ੍ਰੇਨ ਦੀ ਸਿਚੁਏਸ਼ਨ ਇਹ ਹੈ ਇਹ ਫ੍ਰੀਕੁਐਂਸੀ ਵੱਧ ਗਈ ਹੈ ਪਰ ਉਹ ਡੈਡਲੀ ਦੇ ਬਾਰੇ ਹਾਲੇ ਜ਼ਿਆਦਾ ਪਤਾ ਨਹੀਂ ਜਿੰਨਾ ਅਸੀਂ ਦੇਖ ਰਹੇ ਹਾਂ ਪਰ ਉਹ ਇੰਨਾ ਡੈਡਲੀ ਨਹੀਂ ਹੈ ਉਹਦਾ ਸਪਰੈਡ ਜ਼ਿਆਦਾ ਹੋ ਰਿਹਾ ਠੀਕ ਹੈ ਯਾ ਆਈ ਮੀਨ ਜਿਹੜਾ ਤੁਸੀਂ ਪੁੱਛਿਆ ਹਰਜੀਤ ਭਾਜੀ ਯੂਕੇ ਵਾਲਾ ਸਟ੍ਰੇਨ ਉਹ ਜ਼ਿਆਦਾ ਖਤਰਨਾਕ ਇਹਦੇ ਵਿੱਚ ਬੰਦੇ ਨੂੰ ਫੜ ਲੈਂਦੀ ਆ ਪਰ ਕੀ ਉਹ ਕੰਮ ਖਰਾਬ ਕਰਦੀ ਹਾਲੇ ਉਹਦੀ ਸਟੱਡੀ ਹੋ ਰਹੀ ਆ ਪਰ ਜਿਹੜੀ ਡਰ ਵਾਲੀ ਗੱਲ ਇਹ ਆ ਜਿਹੜੀ ਸਾਊਥ ਅਫਰੀਕਾ 'ਚ ਜਿਹੜੀ ਮਿਊਟੇਸ਼ਨ ਉਹਦੀ ਹੋਈ ਆ ਉਹਨੂੰ ਇਸ ਵੇਲੇ ਉਹਨੂੰ ਐਸਕੇਪ ਵਾਇਰਸ ਕਹਿ ਰਹੇ ਨੇ ਹੈ ਕੋਵਿਡ ਹੀ ਆ ਪਰ ਇੱਕ ਜਿੱਦਾਂ ਹੁਣ ਯੂਕੇ ਦਾ ਜਿਹੜਾ ਯੂਕੇ ਉਹਨੂੰ ਵੈਰੀਐਂਟ ਵਾਇਰਸ ਕਹਿ ਰਹੇ ਨਾ ਤੇ ਜਿਹੜਾ ਸਾਊਥ ਅਫਰੀਕਾ ਉਹਨੂੰ ਐਸਕੇਪ ਕਹਿ ਰਹੇ ਨੇ ਐਸਕੇਪ ਕਿਉਂ ਕਹਿ ਰਹੇ ਨੇ ਕੁਝ ਉਹਨੇ ਜਿਹੜੇ ਆਪਣੇ ਵੈਕਸੀਨ ਆ ਉਹ ਤੇ ਟਰਾਈ ਕੀਤੀਆਂ ਆ ਤੇ ਹਾਲੇ ਜਿਹੜਾ ਵੈਕਸੀਨ ਆ ਉਹਨੂੰ ਕਾਬੂ ਨਹੀਂ ਕਰ ਰਹੀ ਸੋ ਉਹ ਤੇ ਥੋੜੇ ਡਰ ਆ ਤੇ ਉਹ ਤਕਰੀਬਨ 15 ਘੰਟਿਆਂ ਦੇ ਵਿੱਚ ਫੈਲ ਗਈ ਆ ਤੇ ਆਪਣੇ ਚਲੋ ਸ਼ੁਕਰ ਆ ਮਾਲਕ ਦਾ ਅਮਰੀਕਾ 'ਚ ਨਹੀਂ ਹਾਲੇ ਤੱਕ ਆਈ ਪਰ ਬ੍ਰਾਜ਼ੀਲ ਦੇ ਵਿੱਚ ਤੇ ਹੋ ਸਕਦਾ ਮੈਕਸੀਕੋ 'ਚ ਸ਼ਾਇਦ ਪਹੁੰਚ ਗਈ ਹੋਵੇ ਬ੍ਰਾਜ਼ੀਲ ਦਾ ਪੱਕਾ ਪਤਾ ਲੱਗ ਗਿਆ ਵੀ ਉੱਥੇ ਪਹੁੰਚੀ ਹੋਆ ਤੇ ਉਹਦਾ ਥੋੜਾ ਖਤਰਨਾਕ ਆ ਜਿਹੜਾ ਸਾਊਥ ਅਫਰੀਕਾ ਦਾ ਜ਼ਿਆਦਾ ਆ ਉਹਦੀ ਕੋਈ ਦਵਾਈ ਨਹੀਂ ਹਾਲੇ ਸਾਰਾ ਕੁਝ ਹਾਲੇ ਐਵੋਲੂਸ਼ਨ ਜਾਂ ਮਿਊਟੇਸ਼ਨ ਦਾ ਤੇ ਤੁਹਾਡੀ ਗੱਲ ਬਿਲਕੁਲ ਠੀਕ ਹੈ 15 ਕੰਪਨੀਆਂ ਮੈਂ ਵੀ ਪੜ੍ਹਿਆ ਤਾਂ ਹੌਲੀ ਹੌਲੀ ਕਲੀਅਰ ਹੋਏਗਾ ਬਟ ਤਾਂ ਵੀ ਇਹ ਕੰਸਰਨ ਇਹ ਹੈ ਕਿ ਸਾਲ ਲੱਗ ਜਾਣਾ ਜੇ ਮਿਊਟੇਸ਼ਨ ਉੱਪਰ ਹੋ ਗਈ ਜਿਹੜੀ ਨਵੇਂ ਵੇਰੀਐਂਟ ਤੇ ਉਹ ਟਾਈਮ ਨਾਲ ਫਿਰ ਪਤਾ ਲੱਗੇਗਾ ਕਿਵੇਂ ਇਵੋਲਵ ਹੁੰਦਾ ਕੰਮ
ਬਿਲਕੁਲ ਹਾਂਜੀ ਆਪਣੇ ਤੁਸੀਂ ਡਾਕਟਰ ਸਾਹਿਬ ਤੁਸੀਂ ਗੱਲ ਕਰ ਰਹੇ ਸੀ ਆਪਣੇ ਵੈਕਸੀਨ ਦੀ ਰੋਲ ਆਊਟ ਥੋੜੇ ਚੇਂਜਸ ਹੋ ਗਏ ਉਹਦੇ ਵਿੱਚ ਜਿਹਨਾਂ ਨੂੰ ਵਾਇਰਸ ਹੋਈ ਸੀ ਜਿਹੜੇ ਸਿੰਪਟੋਮੈਟਿਕ ਸੀ CDC ਨੇ ਉਹਦਾ ਥੋੜਾ ਚੇਂਜ ਕਰ ਦਿੱਤਾ ਜਿੱਥੇ 90 ਦਿਨ ਦਾ ਹੁੰਦਾ ਸੀ ਵੀ 90 ਡੇਜ਼ ਤੋਂ ਬਾਅਦ ਤੁਸੀਂ ਵੈਕਸੀਨ ਲੈ ਸਕਦੇ ਆ ਉਹ 60 ਡੇਜ਼ ਉਹਨਾਂ ਨੇ ਚੇਂਜ ਕਰ ਦਿੱਤਾ ਇਹ ਸਾਨੂੰ ਵੀਰਵਾਰ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਸੀ CDC ਤੇ ਆਪਣੇ ਡਿਪਾਰਟਮੈਂਟ ਹੈਲਥ ਤੋਂ ਪੈਂਸਿਲਵੇਨੀਆ ਤੋਂ No, thank you for sharing that. ਮੈਨੂੰ 90 days ਦਾ ਹੀ ਸੀ। ਅੱਛਾ ਮੈਨੂੰ ਤਾਂ ਪਤਾ ਕੰਮ ਤੇ ਸਾਡੇ ਕੁਛ ਕਈਆਂ ਨੂੰ ਹੋਇਆ ਸੀ ਉਹ ਪੁੱਛ ਰਹੇ ਸੀ ਤੇ ਆਪਾਂ DOH ਨੂੰ ਕੰਟੈਕਟ ਕਰਕੇ ਸਾਨੂੰ ਪਤਾ ਲੱਗਿਆ ਵੀ ਉਹ ਚੇਂਜ ਕਰ ਦਿੱਤਾ 60 ਡੇਜ਼ ਨੂੰ ਉਹਨਾਂ ਨੇ ਕਰ ਦਿੱਤੀ ਉਹ ਗੱਲ ਨੂੰ ਹੁਣ ਤੇ ਦੂਸਰੀ ਗੱਲ ਆਪਣੇ ਜਿਹੜੇ ਡੈਲਵੇਅਰ ਕਾਉਂਟੀ ਆ ਅਸੀਂ ਸ਼ੁਰੂ 1B ਦਾ ਕਰਨ ਲੱਗੇ ਹੁਣ this week actually it's starting up 1B vaccination so ਉਹ ਸ਼ੁਰੂ ਹੋ ਰਿਹਾ ਆਪਣੇ ਇੱਥੇ ਡੈਲਵੇਅਰ ਕਾਉਂਟੀ ਚ ਮੌਂਟਗੋਮਰੀ ਕਾਉਂਟੀ ਸ਼ੁਰੂ ਹੋ ਗਿਆ ਮੇਰੇ ਖਿਆਲ ਫਿਲੀ ਦੇ ਕਾਉਂਟੀ ਜਿਹੜਾ ਫਿਲਾਡੈਲਫੀਆ ਉਹ ਥੋੜੇ ਹਲੇ ਪਿੱਛੇ ਆ ਸਾਡੇ ਨਾਲੋਂ ਉਹ ਕਿਉਂ ਪਿੱਛੇ ਨੇ there's a lot of problems ਉਹਨਾਂ ਕੋਲ ਕਾਫੀ ਪ੍ਰੋਬਲਮ ਆ ਰਹੀਆਂ ਨੇ ਪਰ ਡੈਲਵੇਅਰ ਕਾਉਂਟੀ ਅੱਗੇ ਜਾ ਰਿਹਾ ਤੇ ਉਹ 1B ਤੇ ਆ ਗਏ ਨੇ ਤੇ 1C 2-3 ਹਫ਼ਤੇ ਦੇ ਵਿੱਚ ਸ਼ੁਰੂ ਕਰ ਦੇਣਾ ਇਹਨਾਂ ਨੇ and then by the time we're into March ਜਿੱਦਾਂ ਡਾਕਟਰ ਸਾਹਿਬ ਕਹਿ ਰਹੇ March 12 ਤੱਕ ਜਿਹੜਾ second phase ਆ second ਵਾਲਾ ਜਿਹੜੇ ਆਮ ਪਬਲਿਕ ਨੂੰ ਉਦੋਂ ਤੱਕ ਸ਼ੁਰੂ ਹੋ ਜਾਣਾ ਸਾਰਿਆਂ ਲਈ ਤੇ ਤਕਰੀਬਨ ਸਮਰ ਦੇ ਆਪਣੇ ਐਂਡ ਆਫ ਸਪ੍ਰਿੰਗ अर्ਲੀ ਸਮਰ ਦੇ ਵਿੱਚ ਹਰਡ ਕਮਿਊਨਿਟੀ ਹੋ ਜਾਣੀ ਆ ਤਕਰੀਬਨ that is the goal ਵੀ ਸਮਰ ਤੱਕ ਵੀ ਹਰਡ ਕਮਿਊਨਿਟੀ ਹੋ ਜਾਵੇ ਉਹਨਾਂ ਗੁੱਡ ਟੂ ਮੈਰੀ ਇਹ ਅੰਡਰਸਟੈਂਡਿੰਗ ਆ ਕਿ ਮਾਰਚ ਤੱਕ ਹੋਏਗਾ ਹਾਂਜੀ ਸਾਨੂੰ ਵੀ ਇਹ ਚੀਜ਼ ਲੱਗ ਰਹੀ ਹੈ ਵੀ ਮਾਰਚ ਤੱਕ ਆਪਾਂ ਸ਼ੁਰੂ ਕਰ ਦੇਣਾ ਜਿਹੜਾ ਮੈਂ ਇਨਕਰੇਜ ਕਰਾਂਗਾ ਸਾਰਿਆਂ ਨੂੰ ਕਿ ਵੈਕਸੀਨ ਜ਼ਰੂਰ ਲਵਾਓ ਤੇ ਸਾਈਡ ਇਫੈਕਟ ਹੈਗੇ ਬਹੁਤ ਮਾਈਨਰ ਸਾਈਡ ਇਫੈਕਟਸ ਆ ਟੋਲਰੇਬਲ I don't know about you ਡਾਕਟਰ ਸਾਹਿਬ ਪਰ ਮੇਰਾ ਇੱਕ ਟੀਕਾ ਲੱਗ ਗਿਆ ਆ ਐਂਡ ਤੁਹਾਨੂੰ ਮੈਂ ਆਪ ਦੇ ਵਾਸਤੇ ਦੱਸ ਦੂੰਗਾ ਕਿਹੜੀ ਕੰਪਨੀ ਦਾ ਲਵਾਇਆ ਮੋਡਰਨਾ ਦਾ ਜੀ ਹਾਂਜੀ ਤੇ no issues 28 days was 28 days ਹਾਂਜੀ my next one is going to be before the 11th of February ਚਲੋ ਗੁੱਡ and no issues no nothing ਕੁਛ ਵੀ ਨਹੀਂ ਹੋਇਆ ਇੱਕ ਬਾਂਹ ਜਿੱਦਾਂ ਟੀਕਾ ਲੱਗਦਾ ਹੁੰਦਾ ਬਾਂਹ ਥੋੜੀ ਸੋਜ ਪਈ ਸੀ ਤੇ ਅਗਲੇ ਦਿਨ ਜਾ ਕੇ ਸਵੇਰ ਨੂੰ ਉਹ ਠੀਕ ਹੋ ਗਿਆ ਜਾ ਕੇ ਸੋ ਮੇਰੇ ਖਿਆਲ 12 ਘੰਟੇ ਦੇ ਵਿੱਚ ਬਾਂਹ ਠੀਕ ਹੋ ਗਈ ਅਦਰ ਦੈਨ ਦੈਟ ਕੋਈ ਪ੍ਰੋਬਲਮ ਨਹੀਂ ਆਈ ਉਹਦੇ ਵਿੱਚ ਜਿਵੇਂ ਕਈ ਦੱਸ ਰਹੇ ਆ ਉਦਾਂ ਲੋਕੀ ਗੱਲਾਂ ਕਰਦੇ ਆ ਏਡੀ ਕੋਈ ਪ੍ਰੋਬਲਮ ਨਹੀਂ ਹੈਗੀ ਉਹਦੇ ਨਾਲ ਪ੍ਰੋਬਲਮ ਬਿਲਕੁਲ ਨਹੀਂ ਹੈ ਤੇ ਬਾਕੀ ਭਰਾਵਾਂ ਨੂੰ ਇਹ ਸ਼ੇਅਰ ਕਰੋ ਤੁਸੀਂ ਆਪਣਾ ਐਕਸਪੀਰੀਅੰਸ ਮੈਂ ਵੀ ਇਹੀ ਕਰਿਆ ਮੈਂ ਆਪ ਲਵਾਈ ਹੈ ਮੈਂ ਫਾਈਜ਼ਰ ਦੀ ਲਵਾਈ ਤੇ ਕੋਈ ਸਾਈਡ ਇਫੈਕਟਸ ਵੈਰੀ ਮਾਈਨਰ ਕੋਈ ਡਰ ਵਾਲੀ ਗੱਲ ਨਹੀਂ ਬਿਲਕੁਲ ਡਰ ਵਾਲੀ ਗੱਲ ਨਹੀਂ ਪਰ ਇਹ ਲੱਕੀਲੀ ਅਸੀਂ ਇਸ ਫੇਸ ਤੇ ਪਹੁੰਚ ਗਏ ਕਿ ਵੈਕਸੀਨ ਅਵੇਲੇਬਲ ਹੈ ਪਹਿਲਾਂ ਤਾਂ 4-5-6 ਮਹੀਨੇ ਪਹਿਲਾਂ ਤਾਂ ਕੋਈ ਹੈ ਹੀ ਨਹੀਂ ਸੀ ਇਲਾਜ ਬਟ ਪ੍ਰੀਵੈਂਸ਼ਨ ਬੜੀ ਇੰਪੋਰਟੈਂਟ ਇਹ ਪਰ ਇੱਕ ਗੱਲ ਮੈਂ ਨੋਟਿਸ ਕੀਤੀ ਹੈ ਕਿ ਹੁਣ ਲੋਕਾਂ 'ਚ ਫੀਅਰ ਡਰ ਘੱਟ ਚੁੱਕਿਆ ਇਹਦੇ ਬਾਰੇ ਕਿਉਂਕਿ ਮੈਂ ਸਟੋਰਾਂ ਤੇ ਜਾਈਦਾ ਜਿਵੇਂ ਕਿਤੇ ਵੀ ਜਾਈਏ ਪਹਿਲਾਂ ਵਾਂਗੂ ਰਸ਼ ਪੂਰਾ ਫੁੱਲ ਹੋ ਗਿਆ ਬਹੁਤ ਜ਼ਿਆਦਾ ਹਰ ਥਾਂ ਤੇ ਜਿਵੇਂ ਟ੍ਰੈਫਿਕ ਸੀ ਪੂਰਾ ਜਿਵੇਂ ਪਹਿਲਾਂ ਸੀ ਕਿ ਆਪਣੇ ਵਾਲਮਾਰਟ ਸਟੋਰ ਤੇ ਜਾਓ ਪੂਰਾ ਫੁੱਲ ਹੁੰਦੇ ਸਟੋਰ ਲੋਕੀ ਜਿਵੇਂ ਫੀਅਰਲੈਸ ਹੋ ਗਏ ਉਹਨੂੰ ਪਤਾ ਹੀ ਨਹੀਂ ਇੰਨੀ ਅਜੇ ਵੀ ਖਤਰਨਾਕ ਹੈ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਇਹ ਭਾਜੀ ਏਦਾਂ ਆ ਕਿ ਜਿੱਦਾਂ ਤੁਸੀਂ ਵਾਲਮਾਰਟ ਦੀ ਐਗਜ਼ਾਮਪਲ ਦਿੱਤੀ ਨਾ ਸਟੇਟ ਜਿਹੜਾ ਆਪਣਾ ਪੈਂਸਿਲਵੇਨੀਆ ਸਟੇਟ ਆ ਤੇ ਡਿਪਾਰਟਮੈਂਟ ਆਫ ਹੈਲਥ ਆ ਜਿੰਨੇ ਵੀ ਬਿਜ਼ਨਸ ਆ ਜਿੰਨੇ ਵੀ ਪਬਲਿਕ ਜਗ੍ਹਾ ਨੇ ਜਿੱਥੇ ਖੁੱਲੇ ਹੋ ਆ ਉਹਨਾਂ ਨੂੰ ਦੱਸਿਆ ਹੋਇਆ ਆ ਕਿ ਤੁਸੀਂ ਆਪਣੀ ਜਗ੍ਹਾ ਦੇਖ ਕੇ ਵੀ ਤੁਸੀਂ ਉਨੇ ਬੰਦੇ ਬਾੜ ਸਕਦੇ ਆ ਤੇ ਜਿੱਦਾਂ ਵਾਲਮਾਰਟ ਦੀ ਆਪਾਂ ਗੱਲ ਕਰਦੇ ਆ ਵਾਲਮਾਰਟ ਇੱਕ ਵੱਡਾ ਸਟੋਰ ਆ ਇੱਕ ਖੁੱਲਾ ਸਟੋਰ ਆ ਤੇ ਤੁਹਾਨੂੰ ਤਾਂ ਲੱਗਦਾ ਵੀ ਹਾਂ ਇੱਥੇ ਤਾਂ ਭਰਿਆ ਪਿਆ ਰਸ਼ ਪਿਆ ਆ ਤੇ ਕੁਝ ਚੇਂਜਸ ਨਹੀਂ ਆ ਰਹੀਆਂ ਪਰ ਉਹ ਬਿਕੋਜ਼ ਉਹਨਾਂ ਵੱਡਾ ਸਟੋਰ ਕਰਕੇ ਉਹ ਸਹਿ ਸਕਦੇ ਉਸ ਚੀਜ਼ ਨੂੰ ਪਰ ਜਿਹੜੇ ਛੋਟੇ ਸਟੋਰ ਨੇ ਜਾਂ ਛੋਟੇ ਰੈਸਟੋਰੈਂਟ ਨੇ ਜਿੱਦਾਂ ਵੀ ਨੇ ਉਹਨਾਂ ਨੂੰ ਹੋਰ ਘਟਾਉਣਾ ਉਹ ਉੱਥੇ ਘੱਟ ਨੇ ਐਕਚੁਅਲੀ ਉੱਥੇ ਇੰਨੇ ਲੋਕ ਨਹੀਂ ਜਾਂਦੇ ਉੱਥੇ ਨਾਲ ਲੋਕਾਂ ਨੂੰ ਇੰਨਾ ਬੈਠਣ ਦਿੰਦੇ ਉਹਨਾਂ ਦੀ ਜਗ੍ਹਾ 'ਚ ਬਿਕਾਜ਼ ਸਟੇਟ ਬਹੁਤ ਸਟ੍ਰਿਕਟ ਹੈ ਇਸ ਗੱਲ ਤੇ
ਤੁਹਾਨੂੰ ਮੈਂ ਦੱਸ ਸਕਦਾ ਜਿੱਦਾਂ ਹੁਣ ਫਿਲੀ ਇੱਕ ਸੈਪਰੇਟ ਮਤਲਬ ਸਿਟੀ ਆ, ਉਹ ਇੱਕ ਬਹੁਤ ਵੱਡੀ ਸਿਟੀ ਆ। ਉਹ ਆਪਣੇ ਡਿਪਾਰਟਮੈਂਟ ਹੈਲਥ ਤੋਂ ਇੰਸਪੈਕਟਰ ਭੇਜਦੇ ਆ, ਤੇਰੇ ਹਰੇਕ ਥਾਂ ਦੇ ਜਾ ਕੇ ਇੰਸਪੈਕਸ਼ਨ ਕਰਦੇ ਆ ਕਿ ਉਹ ਰੂਲਸ ਨਾਲ ਫਾਲੋ ਕਰ ਰਹੇ ਜਾਂ ਨਹੀਂ। ਤੇ ਜਿਹੜੇ ਨਹੀਂ ਕਰਦੇ ਨਾ, ਉੱਥੇ ਵੀ ਉਹਨੂੰ ਤਾਲਾ ਲਾ ਦਿੰਦੇ ਆ, ਲੌਕ ਲਾ ਦਿੰਦੇ ਆ ਬਿਜ਼ਨਸ ਤੇ ਉਹਨੂੰ ਖੋਲ੍ਹਣ ਨਹੀਂ ਦਿੰਦੇ ਹਫ਼ਤੇ 1.5 ਹਫ਼ਤੇ ਲਈ। ਤੇ ਜਿਹੜੇ ਸਟੇਟ ਨੇ ਆਪਣੇ ਸਟੇਟ ਪੁਲਿਸ ਵਾਲੇ ਨੂੰ ਘੱਲਿਆ ਹੋਇਆ ਤੇ ਸਟੇਟ ਦੇ ਇੰਸਪੈਕਟਰਸ ਨੂੰ ਵੀ ਭੇਜੇ ਹੋਆ। ਸਾਡੇ ਇੱਥੇ ਡੈਲਾਵੇਅਰ ਕਾਉਂਟੀ ਮੈਂ ਕਈਆਂ ਦੇ ਦੇਖੇ ਸਟੋਰ ਬੰਦ ਹੋਏ ਹੋ, ਸਾਨੂੰ ਰਿਪੋਰਟ ਆਈ ਹੋਆ ਆਉਂਦੀਆਂ ਰਹਿੰਦੀਆਂ ਆ ਕਿਹੜੇ ਬੰਦ ਕੀਤੇ, ਕਿਹੜੇ ਰੂਲਸ ਨਹੀਂ ਫਾਲੋ ਕੀਤੇ। ਤੇ ਸਟੇਟ ਵੀ ਉਸ ਚੀਜ਼ ਦਾ ਸਖਤਾਈ ਕਰ ਰਹੀ ਆ ਉਸ ਐਸ ਰਾਈਟ ਨਾਓ। ਓਕੇ, ਹਾਂਜੀ ਠੀਕ ਹੈ। ਹੋਰ ਕੋਈ ਡਾਕਟਰ ਸਾਹਿਬ ਬਾਰੇ ਕੁਐਸਚਨ ਹੋਵੇ? ਹਾਂਜੀ ਕੇਵਲ ਹਾਂਜੀ ਸਿੰਘ ਡਾਕਟਰ ਭਾਜੀ। ਸਾਹਿਬ। ਹਾਂਜੀ ਕੰਟੀਨਿਊ ਕੇਵਲ ਸਿੰਘ। ਹਾਂਜੀ ਮੈਂ ਡਾਕਟਰ ਸਾਹਿਬ ਤੋਂ ਇਹ ਜਾਣਨਾ ਚਾਹੁੰਦਾ ਸੀਗਾ ਕਿ ਜਿੱਦਾਂ ਇੱਕ ਇੰਜੈਕਸ਼ਨ ਜਿਹੜਾ ਕਿਸੇ ਕੰਪਨੀ ਦਾ ਲਗਾ ਲਿਆ ਤੇ ਬਾਅਦ ਦੇ ਵਿੱਚ ਜਿਹੜੇ ਫਿਰ ਸੀਰੀਅਲ 'ਚ ਲੱਗਣੇ ਆ ਉਸੇ ਹੀ ਕੰਪਨੀ ਦੇ ਹੋਣੇ ਚਾਹੀਦੇ ਆ, ਜਾਂ ਮਤਲਬ ਆਪਾਂ ਦੂਜਾ ਚੇਂਜ ਕਰਕੇ ਲੈ ਸਕਦੇ ਹੈਗੇ ਆ? ਨਹੀਂ, ਉਹੀ ਲੈਣਾ ਪੈਣਾ। ਅੱਛਾ, ਜਿਹੜਾ ਪਹਿਲਾਂ ਲਵਾਇਆ ਬਾਕੀ ਦੇ ਵੀ ਉਸੇ ਕੰਪਨੀ ਦੇ ਲੱਗਣੇ ਚਾਹੀਦੇ, ਰਾਈਟ? ਉਸੇ ਬਿਲਕੁਲ, ਕਿਉਂਕਿ ਕ੍ਰਾਸ ਓਵਰ ਨਹੀਂ ਕਰ ਸਕਦੇ, ਹਾਲੇ ਤੱਕ ਕੋਈ ਸਟੱਡੀ ਨਹੀਂ ਕਿ ਉਹ ਇਫੈਕਟਿਵ ਹੋਏ ਜਾਂ ਨਹੀਂ, ਇੰਟਰੈਕਸ਼ਨ ਨਹੀਂ ਕਰ ਸਕਦੇ। ਜੇ ਤੁਸੀਂ ਮੈਡਰਾਉਨਾ ਦੇ ਲਵਾਏ ਉਹ ਲਵਾਓ, ਦੂਜਾ ਇੰਜੈਕਸ਼ਨ ਵੀ ਉਹੀ ਲਵਾਉਣਾ। ਇਹ ਸਪੈਸੀਫਿਕਲੀ ਕਲੀਅਰ ਹੈ FDA ਵੱਲੋਂ। ਜੇ ਤੁਸੀਂ ਫਾਈਜ਼ਰ ਨਾਲ ਸ਼ੁਰੂ ਕਰ ਲਿਆ ਕੰਮ ਤਾਂ ਫਾਈਜ਼ਰ ਨਾਲ ਹੀ ਲਵਾਉਣਾ। ਅੱਛਾ, ਤੇ ਆਪਣੀ ਚੁਆਇਸ ਹੁੰਦੀ ਉੱਥੇ ਵੀ ਅਸੀਂ ਕਿਹੜਾ ਲੈਣਾ ਹੈਗਾ? ਹਾਂ, ਉਹ ਤੁਹਾਡੀ ਆਪਣੀ ਚੁਆਇਸ ਹੈ। ਮੇਰੇ ਖਿਆਲ ਨਾਲ ਤਾਂ ਕੋਈ ਬਹੁਤਾ ਫਰਕ ਨਹੀਂ ਹੈ, ਜਿਹੜੇ ਤੁਹਾਨੂੰ ਅਵੇਲੇਬਲ ਹੋਏ ਉਹ ਜਲਦੀ ਲਵਾਓ। ਆਈਡੀਆ ਹਾਲੇ ਕੋਈ ਕੰਪੈਰੀਟਿਵ ਸਟੱਡੀਜ਼ ਹੈ ਹੀ ਨਹੀਂ, ਹਾਲੇ ਤਾਂ ਇੰਨਾ ਨਵਾਂ ਕੰਮ ਹੈ ਕੋਈ ਅਸੀਂ ਜਦੋਂ ਵੈਕਸੀਨ ਲਓ ਉਸ ਤੋਂ ਬਾਅਦ ਡਰਾਈਵਿੰਗ ਕਰ ਸਕਨੇ ਆ ਕਿ ਨਹੀਂ? ਡਰਾਈਵ ਕਰਕੇ ਆ ਸਕਨੇ ਆ ਵਾਪਸ? ਅੱਧੇ ਘੰਟੇ ਬਾਅਦ ਕਰ ਸਕਦੇ, ਅੱਧਾ ਘੰਟਾ ਤੁਹਾਨੂੰ ਵੇਟ ਕਰਨਾ ਪਏਗਾ। ਜਿਹੜਾ ਅਲਰਜਿਕ ਰਿਐਕਸ਼ਨ ਹੋਣੇ, ਜਿਹੜੇ ਸੀਵੀਅਰ ਰਿਐਕਸ਼ਨ ਹੋਏ, ਉਹ ਪਹਿਲੇ ਅੱਧੇ ਘੰਟੇ 'ਚ ਹੋਣਗੇ। ਬਾਕੀ ਜਿਹੜੇ ਮਾਈਲਡ ਰਿਐਕਸ਼ਨ ਉਹ ਜਿਵੇਂ ਤੁਹਾਨੂੰ ਮਿਸਟਰ ਬੈਂਸ ਨੇ ਦੱਸਿਆ, ਮੈਂ ਵੀ ਦੱਸਿਆ, ਉਹਨਾਂ ਨੇ ਦੱਸਿਆ, ਉਹਨਾਂ ਨੇ ਲਵਾਈ ਹੋਈ, ਤੇ ਉਹ ਮਾਈਲਡ ਰਿਐਕਸ਼ਨ ਦਾ ਕੋਈ ਝਗੜਾ ਨਹੀਂ। ਉਹ ਤਾਂ ਐਵੇਂ ਮਾੜੀ ਜਿਹੀ ਮਸਲ ਜਿੱਥੇ ਇੰਟਰਾਮਸਕੂਲਰ ਇੰਜੈਕਸ਼ਨ ਉੱਥੇ ਮਾੜੀ ਜਿਹੀ ਦਰਦ ਹੋਏਗੀ ਤਾਂ ਠੀਕ ਹੋ ਜਾਊ। ਉਸ ਤੋਂ ਬਾਅਦ ਕੁਝ ਖਾਣ ਪੀਣ ਦਾ ਪਰਹੇਜ਼ ਕਰਨਾ ਹੈ ਕਿ ਨਹੀਂ? ਹਾਂਜੀ, ਕੁਝ ਖਾਣ ਪੀਣ ਦਾ ਪਰਹੇਜ਼ ਕਰਨਾ ਪਏਗਾ ਉਸ ਤੋਂ ਬਾਅਦ? ਨਹੀਂ, ਕੋਈ ਮੈਂਸ਼ਨ ਨਹੀਂ ਕੁਝ ਖਾਣ ਪੀਣ ਦਾ, ਉਦਾਂ ਹੀ ਪਰਹੇਜ਼ ਕਰਨਾ ਚਾਹੀਦਾ। ਉਹ ਵੱਖਰੀ ਗੱਲ। ਅਸੀਂ ਰਿਕਮੈਂਡ ਕਰਦੇ ਹਾਂ, ਚਲੋ ਨਵਾਂ ਟੌਪਿਕ ਸ਼ੁਰੂ ਕਰਦੇ ਆ ਖਾਣ ਪੀਣ ਦਾ। ਉਹ ਜਨਰਲੀ ਅਸੀਂ ਰਿਕਮੈਂਡ ਕਰਦੇ ਮੈਡੀਟਰੇਨੀਅਨ ਡਾਇਟ, ਜਿਹੜੀ ਓਨਲੀ ਡਾਇਟ ਹੈ ਗੋਇੰਗ ਟੂ ਦਾ ਹਾਰਟ ਲਿਟਲ ਬਿਟ, not only with vaccine but ਉਹ ਅਮਰੀਕਨ ਹਾਰਟ ਐਸੋਸੀਏਸ਼ਨ, ਅਮਰੀਕਨ ਕਾਲਜ ਕਾਰਡੀਓਲੋਜੀ ਨੇ ਇੱਕੋ ਹੀ ਡਾਇਟ ਰਿਕਮੈਂਡ ਕੀਤੀ ਜਿਹੜੀ ਰਿਸਰਚ ਨਾਲ ਪ੍ਰੂਵਨ ਹੈ। ਉਹ 30% ਰਿਸਕ ਸਟ੍ਰੋਕ ਤੇ 30% ਰਿਸਕ ਹਾਰਟ ਦਾ ਘਟਾ ਦਿੰਦੀ। what it entails is basically fruit, vegetable, grains, ਤੇ ਜੇ ਤੁਸੀਂ ਨਾਨ ਵੈਜੀਟੇਰੀਅਨ ਹੋ ਤਾਂ ਫਿਸ਼ ਜ਼ਿਆਦਾ ਖਾਓ, ਫਿਸ਼ ਤੇ ਚਿਕਨ, ਤੇ ਸਟੇਕ ਨੂੰ ਅਵੋਇਡ ਕਰੋ ਕੰਪਲੀਟਲੀ, ਤੇ ਓਲਿਵ ਆਇਲ ਯੂਜ਼ ਕਰੋ ਆਪਣੇ ਕੁਕਿੰਗ 'ਚ। ਉਹ ਖਾਣ ਦਾ ਜਨਰਲ ਪਰਹੇਜ਼ ਹੈ। ਅੱਛਾ ਡਾਕਟਰ ਸਾਹਿਬ ਸੌਰੀ, ਗੋ ਹੈਡ, ਮੈਂ ਬਾਅਦ ਪੁੱਛਣਾ। ਹਾਂਜੀ ਪੁੱਛੋ ਤੁਸੀਂ। ਗੋ ਹੈਡ, ਸੌਰੀ, ਤੁਸੀਂ ਜਾਓ, ਗੋ ਹੈਡ। ਹਾਂਜੀ, ਮੈਂ ਪੁੱਛਣਾ ਸੀ, ਮੈਂ ਦੇਸੀ ਘਿਓ ਚੰਗਾ ਖਾਈਦਾ, ਉਹ ਖਾਣਾ ਚਾਹੀਦਾ ਕਿ ਨਹੀਂ ਹਾਰਟ ਵਾਸਤੇ? ਉਹ ਵੀ ਕੁਐਸਚਨ ਸੀ ਮੇਰਾ। ਕਾਹਦੇ ਲਈ ਦੇਸੀ ਘਿਓ? ਦੇਸੀ ਘਿਓ, ਨਹੀਂ, ਉਹ ਹਾਂਜੀ। ਕੀਟੋ ਜਿਹੜੇ ਸੀਗੇ ਨਾ, ਉਹਨਾਂ ਨੂੰ ਉਹ ਗਲਤ ਇਨਫੋਰਮੇਸ਼ਨ ਸੀ, ਹੁਣ ਲਿਟਰੇਚਰ 'ਚ ਆ ਗਿਆ, ਉਹਨਾਂ ਨੂੰ ਅਵੋਇਡ ਕਰੋ। ਓਕੇ, ਦੇਸੀ ਘਿਓ ਨੂੰ ਤੁਸੀਂ ਓਲਿਵ ਆਇਲ 'ਚ ਰੱਖੋ। ਵਿੱਚੋਂ ਇੱਕ ਸਟੱਡੀਜ਼ ਆਈਆਂ, ਲੋਕੀ ਪ੍ਰੂਵਨ ਸਟੱਡੀਜ਼ ਨਹੀਂ ਸੀਗੀਆਂ, ਉਹ ਲੋਕਾਂ ਨੇ ਬਿਜ਼ਨਸ ਬਣਾਇਆ ਹੋਇਆ ਕਿ ਹਾਰਟ ਦੇ ਤੇ ਡਾਇਟ ਦਾ ਤੇ ਮਾਈਂਡ ਦਾ। ਤੇ ਜਿਹੜੀ ਕਾਲਜ, ਮੈਂ ਤਾਂ ਅਮਰੀਕਨ ਹਾਰਟ ਐਸੋਸੀਏਸ਼ਨ ਕਾਲਜ ਦੇ ਜਿਹੜੇ ਪ੍ਰੂਵਨ ਰਿਸਰਚ ਨਾਲ, ਇੱਕੋ ਹੀ ਜਿਹੜੀ ਮੈਂ ਗੱਲ ਕੀਤੀ ਮੈਡੀਟਰੇਨੀਅਨ ਡਾਇਟ। ਤੁਸੀਂ ਗੂਗਲ ਵੀ ਕਰ ਸਕਦੇ ਹੋ ਮੈਡੀਟਰੇਨੀਅਨ ਡਾਇਟ, ਉਹਦੇ ਬਾਰੇ ਕਾਫੀ ਇਨਫੋਰਮੇਸ਼ਨ ਮਿਲ ਸਕਦੀ ਗੂਗਲ ਤੇ ਤੁਹਾਨੂੰ ਬੈਕਡ ਅਪ ਬਾਏ ਅਮਰੀਕਨ ਕਾਲਜ ਕਾਰਡੀਓਲੋਜੀ। ਓਕੇ,
ਹੈਲੋ ਡਾਕਟਰ ਸਾਹਿਬ, ਕੁਐਸਚਨ ਹਰਜੀਤ ਸਿੰਘ ਦਾ ਹੈਗਾ ਕਿ ਹਾਰਟ ਦੀ ਪ੍ਰੋਬਲਮ ਜੀ ਕਿਹੜੇ ਸਿੰਪਟਮ ਹੋ ਸਕਦੇ ਆ ਜਿਵੇਂ ਐਵਰੇਜ ਹੈਲਥੀ ਪਰਸਨ ਨੂੰ? ਇਹ ਕੁਐਸਚਨ ਹੈ ਹਰਜੀਤ ਸਿੰਘ ਦਾ। ਕਿਵੇਂ ਪਤਾ ਲੱਗੂ ਗੁੱਡ ਤੁਹਾਨੂੰ ਹਾਰਟ ਕੁਐਸਚਨ। ਦੀ ਪ੍ਰੋਬਲਮ ਹੈ? ਹਾਂ, ਤੇ ਹਾਰਟ ਦੀ ਪ੍ਰੋਬਲਮ ਜਿਹੜੀ ਕਲਾਸੀਕਲ ਸਿੰਪਟਮਸ ਹੁੰਦੇ ਉਹ ਤਾਂ ਚੈਸਟ ਤੇ ਹੈਵੀ ਪ੍ਰੈਸ਼ਰ ਅਕ੍ਰੋਸ ਦਾ ਚੈਸਟ, ਇੱਕ ਪੁਆਇੰਟ ਤੇ ਨਹੀਂ। ਦੂਸਰਾ ਪ੍ਰੈਸ਼ਰ ਜਿਹੜਾ ਰੇਡੀਏਟ ਹੋਏਗਾ ਨੈਕ ਦੇ ਵਿੱਚ, ਆਰਮ ਦੇ ਵਿੱਚ, ਕਈ ਵਾਰੀ ਨਹੀਂ ਵੀ ਹੁੰਦਾ, ਬਟ ਚੈਸਟ ਪ੍ਰੈਸ਼ਰ ਜਿਵੇਂ ਟਾਈਟਨੈਸ ਹੋਏ, ਐਂ ਲੱਗੇ ਜਿਵੇਂ ਕੋਈ ਤੁਹਾਡੀ ਛਾਤੀ ਤੇ ਬਹਿ ਗਿਆ। ਉਹਦੇ ਨਾਲ ਤਰੇਲੀਆਂ ਵੀ ਆ ਸਕਦੀਆਂ, ਸਾਹ ਦਾ ਵੀ ਆ ਸਕਦਾ, ਸ਼ਾਰਟਨੈਸ ਆਫ ਬ੍ਰੈਥ, ਕਈ ਵਾਰੀ ਦਿਲ ਵੀ ਧੜਕਦਾ। ਜੇ ਪਿਨ ਪੁਆਇੰਟ ਹੋਏ ਇੱਕ ਜਗ੍ਹਾ ਤੇ, ਕਈ ਬੰਦਿਆਂ ਨੂੰ ਹੁੰਦੀ ਐਂਗਜ਼ਾਇਟੀ ਹੁੰਦੀ, ਇੱਕ ਜਗ੍ਹਾ ਤੇ ਪਿਨ ਪੁਆਇੰਟ ਕਰਦੇ ਕਿ ਜੀ ਮੈਨੂੰ ਇੱਥੇ ਦਰਦ ਹੋ ਰਹੀ, ਉਹ ਹਾਰਟ ਦੀ ਨਹੀਂ ਹੁੰਦੀ। ਹਾਰਟ ਦੀ ਜਿਹੜੀ ਪੇਨ ਹੁੰਦੀ ਉਹ ਅਕ੍ਰੋਸ ਦਾ ਚੈਸਟ ਹੁੰਦੀ, ਦੈਟ ਵਨ। ਦੂਸਰਾ ਜਿਹੜਾ ਬੜਾ ਕਲੀਨਿਕਲੀ ਇੰਪੋਰਟੈਂਟ ਪੁਆਇੰਟ ਹੈ ਕਿ ਜੇ ਤੁਸੀਂ ਐਕਸਰਸਾਈਜ਼ ਕਰੋ ਤਾਂ ਇਹ ਹਾਰਟ ਦੇ ਸਿੰਪਟਮ ਵਰਸ ਹੋ ਜਾਂਦੇ। ਮੀਨਿੰਗ ਤੁਸੀਂ ਤੁਰਦੇ ਹੋ, ਪੌੜੀਆਂ ਤੇ ਚੜ੍ਹਦੇ ਹੋ, ਤੁਹਾਨੂੰ ਸਾਹ ਹੋਰ ਵੱਧ ਜਾਂਦਾ ਜਾਂ ਛਾਤੀ ਦਰਦ ਹੋਰ ਵੱਧ ਜਾਂਦੀ, ਉਹਦੇ ਲਈ ਤੁਸੀਂ ਇਮੀਡੀਏਟਲੀ ਆਪਣੇ ਡਾਕਟਰ ਨੂੰ ਕਾਲ ਕਰੋ ਜਾਂ ਉਹਨਾਂ ਤੋਂ ਇਲਾਜ, ਜਾਂ ਐਮਰਜੈਂਸੀ ਰੂਮ, ਜੇ ਨਾ ਠੀਕ ਹੋਏ 15-20 ਮਿੰਟਾਂ ਜਾਂ ਐਮਰਜੈਂਸੀ ਰੂਮ 'ਚ। ਦੂਸਰਾ ਮੈਂ ਬੜੀ ਇੰਪੋਰਟੈਂਟਲੀ ਕਹਿੰਦਾ ਹੁੰਦਾ, ਟਾਈਮ ਇਜ਼ ਅ ਮਸਲ। ਮੀਨਿੰਗ ਕਿ ਜੇ ਟਾਈਮ ਜਿਹੜਾ ਅਸੀਂ, ਜੇ ਹਾਰਟ ਅਟੈਕ ਹੋਏ 90 ਮਿੰਟਸ ਹੁੰਦੇ ਸਾਡੇ ਕੋਲ ਸਿਰਫ ਹਾਰਟ ਦੇ ਨੂੰ ਸੇਵ ਕਰਨ ਨੂੰ, ਮੀਨਿੰਗ ਹਾਰਟ ਮਸਲ ਨੂੰ ਸੇਵ ਕਰਨ ਨੂੰ। ਸੋ ਦੈਟਸ ਵਾਈ ਦਾ ਵਰਡ ਇਜ਼ ਟਾਈਮ ਇਜ਼ ਅ ਮਸਲ। ਜੋ 90 ਮਿੰਟ ਦੇ ਵਿੱਚ ਹਾਰਟ ਅਟੈਕ, ਆਰਟਰੀਆਂ ਖੋਲ ਕੇ ਨਾ ਹਾਰਟ ਨੂੰ ਸੇਵ ਕਰੀਏ, ਉਹ ਪਰਮਾਨੈਂਟ ਡੈਮੇਜ ਹੋਏ। ਇਸ ਲਈ ਤੁਹਾਨੂੰ ਜੇ ਸਸਪੀਸ਼ਨ ਹੋਏ, ਤੁਹਾਨੂੰ ਬਹੁਤ ਜ਼ਿਆਦਾ ਤਕਲੀਫ ਹੋਏ, ਐਮਰਜੈਂਸੀ ਰੂਮ 'ਚ ਜਾਓ ਜਾਂ ਆਪਣੇ ਡਾਕਟਰ ਨੂੰ ਵੀ ਵਿਜ਼ਿਟ ਕਰੋ। ਬਾਕੀ ਮਾੜੀ ਮੋਟੀ ਜੇ ਦਰਦ ਹੋਏ ਉਹ ਤਾਂ ਤੁਸੀਂ ਆਊਟ ਪੇਸ਼ੈਂਟ ਪ੍ਰਾਇਮਰੀ ਕੇਅਰ ਜਾਂ ਹਾਰਟ ਸਪੈਸ਼ਲਿਸਟ ਉਹਨਾਂ ਨੂੰ ਦਿਖਾ ਸਕਦੇ। ਕਈ ਵਾਰੀ ਇੰਡਾਈਜੈਸ਼ਨ ਨਾਲ ਵੀ ਚੈਸਟ ਪੇਨ ਹੁੰਦਾ ਹੈ। ਹਾਂ, ਵੈਰੀ ਗੁੱਡ ਪੁਆਇੰਟ। ਇੰਡਾਈਜੈਸ਼ਨ ਜਿਹੜੀ ਹੁੰਦੀ, ਕਈ ਵਾਰੀ ਲੋਅਰ ਪਾਰਟ ਦੀ ਆਰਟਰੀ ਹੁੰਦੀ ਰਾਈਟ ਸਾਈਡ ਤੇ, ਉਹ ਲੋਅਰ ਪਾਰਟ ਆਫ ਹਾਰਟ ਨੂੰ ਸਪਲਾਈ ਕਰਦੀ। ਉਹ ਇੰਡਾਈਜੈਸ਼ਨ ਕਈ ਵਾਰੀ ਮਿਕਸ ਸਿੰਪਟਮ ਹੋ ਜਾਂਦੇ ਹਾਰਟ ਦੇ ਨਾਲ। ਉਹ ਕਈ ਵਾਰੀ ਟੀਜ਼ ਆਊਟ ਕਰਨਾ ਇਜ਼ ਡਿਫਿਕਲਟ, ਬਟ ਥੋੜਾ ਜਿਹਾ ਪੇਸ਼ੈਂਟ ਨੂੰ ਜੇ ਹੋਰ ਸਿੰਪਟਮਸ ਹੋਣ, ਸਾਹ ਚੜ੍ਹਨ ਦੇ, ਜਾਂ ਉਹਦੇ ਨਾਲ ਤਰੇਲੀਆਂ ਆ ਰਹੀਆਂ ਹੋਣ, ਜਾਂ ਇਹੋ ਜਿਹੇ ਹੋਰ ਸਿੰਪਟਮਸ ਹੋਣ, ਉਹ ਯੂਜਲੀ ਹਾਰਟ ਤੋਂ ਹੁੰਦੇ, ਜਾਂ ਜਿਹੜੀ ਇੰਡਾਈਜੈਸ਼ਨ ਹੋਏ ਬਿਨਾਂ ਕੁਝ ਖਾਧੇ ਪੀਤੇ। ਓਕੇ, ਜੇ ਨਾ ਪੱਕਾ ਪਤਾ ਲੱਗੇ ਕਿ ਮੈਨੂੰ ਕਿਉਂ ਹੋ ਰਿਹਾ, ਤਾਂ ਫਿਰ ਤੁਸੀਂ ਹਸਪਤਾਲ ਦਿਖਾ ਸਕਦੇ ਹੋ ਜਾਂ ਆਪਣੇ ਡਾਕਟਰ ਕੋਲ ਦਿਖਾਓ ਅਗਲੇ ਦਿਨ ਸਵੇਰੇ, ਪਰ ਆਪਣੇ ਆਪ ਰਿਸਕ ਲੈਣ ਦੀ ਲੋੜ ਨਹੀਂ ਹਾਰਟ। ਇੰਡਾਈਜੈਸ਼ਨ, ਕੱਲੀ ਇੰਡਾਈਜੈਸ਼ਨ ਮੋਸਟ ਲਾਈਕਲੀ ਸਟਮਕ ਤੋਂ ਹੁੰਦੀ, ਨਾਲ ਤੁਹਾਨੂੰ ਕੋਈ ਹੋਰ ਵੀ ਸਿੰਪਟਮ ਹੋਣਗੇ ਜੇ ਹਾਰਟ ਦੇ। ਜੇ ਨਹੀਂ ਪਤਾ ਲੱਗ ਰਿਹਾ ਤਾਂ ਫੋਨ ਕਰੋ ਆਪਣੇ ਡਾਕਟਰ। ਹੋਰ ਜਿਹੜੀ ਐਂਟਾਸਿਡ ਗੋਲੀਆਂ ਹੁੰਦੀਆਂ ਨੇ ਟਮਸ ਦੀਆਂ, ਆਹੋ, ਜੇ ਉਹ ਜ਼ਿਆਦਾ ਉਸ ਦੇ ਨਾਲ ਲਈਏ ਤੇ ਨੁਕਸਾਨ ਨਹੀਂ ਹੋਏਗਾ? ਨਹੀਂ, ਐਂਟਾਸਿਡ ਤਾਂ ਜ਼ਿਆਦਾ ਲਓ ਤਾਂ ਨੁਕਸਾਨ ਹੋਏਗਾ, ਪਰ ਐਂਟਾਸਿਡ ਤਾਂ ਤੁਸੀਂ ਤਾਂ ਹੀ ਲੈਣਾ ਨੇ ਤੁਹਾਨੂੰ ਪ੍ਰੂਵਨ ਹੋਏ ਕਿ ਮੇਰਾ ਇੰਡਾਈਜੈਸ਼ਨ ਜਿਹੜੀ ਹਾਰਟ ਬਰਨ ਉਹਦੇ ਕਾਰਨ। ਤੇ ਹਾਰਟ ਲਈ ਤਾਂ ਨਹੀਂ ਐਂਟਾਸਿਡ ਕੰਮ ਕਰਨਗੇ। ਐਂਟਾਸਿਡ ਦਾ ਹੈ ਤੁਹਾਨੂੰ ਇਹ ਕਲੀਅਰਲੀ ਹੋਏ ਪਤਾ ਕਿ ਮੈਨੂੰ ਰਿਫਲਕਸ ਹੈ ਜਾਂ ਕੋਈ ਹੋਰ ਹਾਰਟ ਦੀ ਪ੍ਰੋਬਲਮ ਨਹੀਂ ਜਾਂ ਸਟਮਕ ਦੀ ਪ੍ਰੋਬਲਮ, ਤੇ ਐਂਟਾਸਿਡ ਫਿਰ ਠੀਕ। ਪਰ ਐਂਟਾਸਿਡ ਤੇ ਤੁਸੀਂ ਰਿਲਾਈ ਨਹੀਂ ਕਰ ਸਕਦੇ, ਹਾਰਟ ਦਾ ਵੀ ਚੱਕਰ। ਹਾਰਟ ਕਮਸ ਫਸਟ, ਤੇ ਹਾਰਟ ਹੀ ਨਹੀਂ ਤਾਂ ਐਂਟਾਸਿਡ ਕੀ ਕਰੋ। ਓਕੇ, ਦੈਟ ਇਜ਼ ਵੈਰੀ ਇੰਪੋਰਟੈਂਟ। ਓਕੇ, ਠੀਕ ਹੈ। ਹਾਰਟ ਨੂੰ ਇਹੀ ਸਮਝੋ ਤੁਹਾਡਾ ਪੰਪ ਆ, ਜਿਵੇਂ ਕਾਰ ਦਾ ਪੰਪ ਆ, ਜੇ ਉਹ ਨਹੀਂ ਖਰਾਬ ਹੋ ਗਿਆ ਤਾਂ ਕਾਰ ਹੀ ਬਹਿ ਜਾਂਦੀ, ਤਾਂ ਵੀ ਹਾਰਟ ਪੈ। ਇਸ ਲਈ ਜਿਹੜੀ ਅਣਗਹਿਲੀ ਕਰਨੀ ਸਟਮਕ ਵੱਲ ਕਰ ਸਕਦੇ ਹੋ, ਹਾਰਟ ਵੱਲ ਨਹੀਂ ਕਰ ਸਕਦੇ। ਉਹ ਬੜਾ ਕਲੀਅਰਲੀ ਅਲਰਟ ਰਹਿਣਾ ਚਾਹੀਦਾ, ਅਵੇਕ। ठीक है जी डॉक्टर साहब, मेरा एक क्वेश्चन था कि अभी 1A फेज चल रहा है, आपने जैसे बताया। हाँ जी, अभी फेज 1A चल रहा है जहाँ पे सिर्फ डॉक्टर्स और जो हॉस्पिटल हाँ जी, में हाँ, लोग उनको कोरोना की वैक्सीन मिल रही है। तो अगर एक घर में लेट अस सपोज एक ही पर्सन को मिल रही है मेडिसिन, ये अपना वैक्सीन, तो वो पर्सन क्या घर के अंदर दूसरे लोगों को फैला सकता है कोरोना या नहीं, अगर ऑलरेडी वैक्सीन लग गई है? द गुड पॉइंट। जो वैक्सीन लग गई तो कह रहे हैं कि दैट इज अबाउट 99
percent effective. Chance or antibodies ਹੋ ਜਾਂਦੀਆਂ, chances of spreading to the others are less, but that doesn't make ਕਿ ਤੁਸੀਂ ਮਾਸਕ ਨਾ ਪਾਓ, ਤਾਂ ਵੀ 5-10% ਜਿਹੜਾ ਰਿਸਕ ਹੈ, ਰਿਸਕ ਘੱਟ ਬਾਕੀਆਂ ਨਾਲ। ਇਹਨੂੰ 7 ਕੁ ਦਿਨ ਲੱਗ ਜਾਂਦੇ ਇਫੈਕਟਿਵ ਹੋਣ ਨੂੰ ਮੈਡੀਸਨ, ਕਈ ਵਾਰੀ ਔਨ ਸਪੌਟ ਹੋ ਜਾਂਦੀ, 1 day to 7 days ਲੱਗਦੇ ਬਿਫੋਰ ਇਹਦਾ। I have one more तो question. ये Sorry. कह सकते हैं कि 7 दिन बाद कोई डर नहीं है, मतलब 7 दिन वैक्सीन लगने के 7 दिन तक थोड़ा प्रिकॉशन रखनी पड़ेगी, उसके बाद फिर कोई डर नहीं है, ये कह सकते हैं हम? ਇਹ ਡਰ ਤਾਂ ਹੈ ਬਟ ਸਟਿਲ ਘੱਟ, कट। अच्छा, थैंक यू, ਮਚ ਲੈਸ। थैंक यू डॉक्टर। ਹਾਂਜੀ ਡਾਕਟਰ ਸਾਹਿਬ, ਮੇਰਾ ਕੁਐਸਚਨ ਸੀ ਵੀ ਸਟ੍ਰੈਸ ਨਾਲ ਵੀ ਹਾਰਟ ਦੀ ਪ੍ਰੋਬਲਮਸ ਆ ਜਾਂਦੀਆਂ? ਕਿਹਦੇ ਨਾਲ? ਸਟ੍ਰੈਸ ਨਾਲ ਹਾਰਟ ਦੀ ਪ੍ਰੋਬਲਮ ਵੀ ਆ ਸਕਦੀਆਂ? ਹਾਂਜੀ, ਸਟ੍ਰੈਸ ਨਾਲ ਵੀ ਹਾਰਟ ਹਾਂਜੀ ਦੀ ਪ੍ਰੋਬਲਮ ਹੋ ਜਾਂਦੀ, ਕਿਉਂਕਿ Okay. ਸਟ੍ਰੈਸ ਦੇ ਨਾਲ ਜਿਹੜੀ ਬੋਡੀ ਦੇ ਵਿੱਚ ਕੈਟਾਕੋਲਮੀਨਸ ਹੁੰਦੀਆਂ, ਐਡਰੀਨਲਿਨ, ਜਿਵੇਂ ਤੁਸੀਂ ਦੇਖਦੇ ਹੋ ਨਾ ਕਿ ਬਾਸਕਟਬਾਲ ਪਲੇਅਰ ਭੱਜਦੇ ਆ ਤੇ ਨਾਲ ਉਹਨਾਂ ਦੇ ਪਸੀਨੇ ਆ ਜਾਂਦੇ, ਉਹ ਐਡਰੀਨਲਿਨ ਜਿਹੜੀ ਹੁੰਦੀ ਉਹ ਹਾਰਟ ਤੇ ਇਫੈਕਟ ਕਰਦੀ ਸਟ੍ਰੈਸ ਦੇ ਨਾਲ, ਉਹ ਹਾਰਟ ਰੇਟ ਨੂੰ ਵਧਾ ਦਿੰਦੀ। ਉਹਦੇ ਨਾਲ ਵੀ ਜਿਹੜਾ ਪਲੈਕ ਜਿਹੜਾ ਆਰਟਰੀਆਂ 'ਚ ਫਸਿਆ ਹੁੰਦਾ, ਹਰ ਇੱਕ ਸਾਡੇ ਸਾਰਿਆਂ 'ਚ ਮਾੜਾ ਮੋਟਾ ਪਲੈਕ ਤਾਂ ਹੁੰਦਾ ਹੀ ਹੈ, ਤੁਸੀਂ ਖਾਂਦੇ, ਉਹ ਪਲੈਕ ਰਪਚਰ ਕਰ ਦਿੰਦਾ ਕਿਉਂਕਿ ਹਾਰਟ ਰੇਟ ਵੱਧ ਜਾਂਦਾ। ਉਹ ਰਪਚਰ ਹੋਣ ਨਾਲ ਉਹ ਜਿਹੜਾ ਪਲੈਕ ਦੇ ਵਿੱਚੋਂ ਮਟੀਰੀਅਲ ਆ ਉਹ ਬਲੱਡ ਵੈਸਲ ਜਿਹੜੀ ਹਾਰਟ ਦੀ ਆ ਉਹਦੇ 'ਚ ਜਾਂਦਾ, ਉਹਦੇ ਨਾਲ ਜਿਹੜੀ ਪਾਈਪ ਬੰਦ ਹੋ ਜਾਂਦੀਆਂ, ਕੋਈ ਪਾਈਪ ਹੀ ਕਰੋ ਪਲੰਬਿੰਗ ਵਾਲੇ ਕੰਮ। ਇਸ ਲਈ ਸਟ੍ਰੈਸ ਦਾ ਵੀ ਥੋੜਾ ਜਿਹਾ ਆਪਣਾ ਖਿਆਲ ਰੱਖੋ ਕਿ ਘੱਟ ਹੋਏ। ਇਹ ਆਪਣਾ ਆਪਣਾ ਤਰੀਕਾ ਹੁੰਦਾ ਕਿਵੇਂ ਸਟ੍ਰੈਸ ਨੂੰ ਡੀਲ ਕਰਨਾ। ਮੈਂ ਅਵਾਇਡ ਕਰਾਂਗਾ ਕਿ ਮੈਡੀਟੇਸ਼ਨ ਕਰੋ, ਸਭ ਤੋਂ ਵਧੀਆ ਕੰਮ, ਕੋਈ ਗੋਲੀਆਂ ਲੈਣ ਦਾ ਬਹੁਤਾ ਫਰਕ ਨਹੀਂ ਪੈਂਦਾ ਸਟ੍ਰੈਸ ਦੀ। ਠੀਕ ਹੈ ਜੀ। ਆਪਣਾ ਆਪਣਾ Deep breathing also. ਡੀਪ ਬਰੀਥਿੰਗ ਵੀ ਦੱਸ ਰਹੇ ਤਰਲੋਕ ਸਿੰਘ? ਹਾਂ, ਡੀਪ ਬਰੀਥਿੰਗ, ਯੋਗਾ ਕਰੋ, ਯੋਗਾ ਮੈਡੀਟੇਸ਼ਨ ਕਰੋ, ਬਾਕੀ ਰੱਬ ਤੇ ਛੱਡੋ, ਹੋਰ ਬਾਕੀ ਆਪਣਾ ਪ੍ਰੀਕਾਸ਼ਨ ਕਰ ਸਕਦੇ ਹੋ। ਹਾਂਜੀ ਹਾਂਜੀ। ਡਾਕਟਰ ਸਾਹਿਬ, ਇੱਕ ਮੇਰਾ ਕੁਐਸਚਨ ਸੀਗਾ, ਜਿਹੜੇ ਜਿੱਦਾਂ ਜਿਹਨੂੰ ਕੋਈ ਹਾਰਟ ਦੀ ਪ੍ਰੋਬਲਮ ਹੈਗੀ ਥੋੜੀ ਬਹੁਤੀ, ਜੇ ਉਹ ਲੈਂਦੇ ਆ ਬਲੱਡ ਥਿਨਰ ਲਾਈਕ ਇਕੋਟ੍ਰਿਨ 80 1 mg ਸਮਥਿੰਗ ਲਾਈਕ ਦੈਟ, ਉਹ ਉਹਨਾਂ ਨੂੰ ਲਾਈਫ ਟਾਈਮ ਲੈਣੀ ਪੈਂਦੀ ਹੈ ਜਾਂ ਕਿੱਦਾਂ, ਉਹਦਾ ਕੀ ਸਿਸਟਮ ਹੈਗਾ, ਤੇ ਡਾਕਟਰ ਦੀ ਐਡਵਾਈਸ ਨਹੀਂ ਲੈਣੀ ਚਾਹੀਦੀ? ਥੋੜਾ ਕੁਐਸਚਨ ਰਿਪੀਟ ਕਰਨਾ, ਕਲੀਅਰ ਨਹੀਂ ਆਇਆ ਫੋਨ ਤੇ। ਹਾਂਜੀ, ਜਿਹੜੇ ਜਿੱਦਾਂ ਬਲੱਡ ਥਿਨਰ ਲੈਂਦੇ ਆ, ਜਿੱਦਾਂ ਇਕੋਟ੍ਰਿਨ ਹੋ ਗਈ 81 mg ਸਮਥਿੰਗ ਲਾਈਕ ਦੈਟ, ਬਲੱਡ ਪ੍ਰੈਸ਼ਰ ਉਹਨਾਂ ਨੂੰ ਖਾਣੀ, ਹਾਂਜੀ ਉਹਨਾਂ ਨੂੰ ਖਾਣੀ ਪੈਣੀ ਹੈ ਕਿ ਉਹ ਪ੍ਰੈਕਟੀਕਲ ਕੁਐਸਚਨ? ਗੁੱਡ, ਮੈਂ ਤੁਹਾਨੂੰ ਦੱਸਦਾ ਬਲੱਡ ਪ੍ਰੈਸ਼ਰ ਜਿਹੜੀਆਂ ਸਟੱਡੀਜ਼ ਆ ਰਹੀਆਂ ਅੱਜ ਕੱਲ੍ਹ, ਇੱਕ ਸੈਕਿੰਡ ਮੈਂ ਸਮਝਾ ਦਿੰਦਾ ਤੁਹਾਨੂੰ। ਬਲੱਡ ਪ੍ਰੈਸ਼ਰ ਦੀਆਂ ਸਟੱਡੀਜ਼ ਹੈ, ਉਹ ਕਹਿ ਰਹੇ ਕਿ 120 ਤੇ 130 ਉੱਪਰਲਾ ਰੇਂਜ, 140 ਤੋਂ ਉੱਪਰ, ਥੱਲੜਾ ਜਿਹੜਾ ਹੋਏ 70 ਤੇ 85 ਦੇ ਵਿੱਚ। ਪਰਫੈਕਟ ਤਾਂ ਹੋਣਾ ਨਹੀਂ, ਨੀਡਲ ਜਿਵੇਂ ਹੁੰਦੀ ਉਹ ਜਿਹਾ ਨਹੀਂ ਹੁੰਦਾ। ਜੇ ਉਸ ਤੋਂ ਉੱਪਰ ਹੋਏ ਤਾਂ ਦਵਾਈ ਲੈਣੀ ਚਾਹੀਦੀ, ਕਿਉਂਕਿ ਮੈਂ ਹੁਣੇ ਸਮਝਾਉਂਦਾ ਕਿਉਂ। ਇਹ ਨਾ ਸੋਚੋ ਕਿ ਬਲੱਡ ਪ੍ਰੈਸ਼ਰ ਦੀ ਜਿਹੜੀਆਂ ਦਵਾਈਆਂ ਸਾਰੀ ਉਮਰ ਲੈਣੀਆਂ ਪੈਂਦੀਆਂ, ਜੇ ਉੱਪਰ ਹੋਏ। ਜਿੰਨਾ ਤੁਸੀਂ ਬਲੱਡ ਪ੍ਰੈਸ਼ਰ ਕੰਟਰੋਲ ਰੱਖੋਗੇ, ਉਨੀ ਤੁਹਾਨੂੰ ਡਾਊਨ ਦਾ ਰੋਡ ਪ੍ਰੋਬਲਮਸ ਘੱਟ ਹੋਣਗੀਆਂ, ਲਾਈਕ ਹਾਰਟ ਅਟੈਕ, ਲਾਈਕ ਸਟ੍ਰੋਕ, ਲਾਈਕ ਕੋਗਨੀਟਿਵ ਇੰਪੇਅਰਮੈਂਟ, ਮੀਨਿੰਗ ਕਿ ਤੁਹਾਡਾ ਡਿਮੈਂਸ਼ੀਆ ਘੱਟ ਹੋਏ, ਕਿਡਨੀ ਫੰਕਸ਼ਨ ਵੀ ਠੀਕ ਹੋਏ। ਇਸ ਲਈ ਇਹਦੀ ਰੇਂਜ ਹੈ 120 130 ਉੱਪਰ ਦਾ, ਤੇ ਥੱਲੜਾ 70 ਤੇ 85। ਜੇ ਦਵਾਈ ਲੈਣੀ ਹੀ ਪੈ ਜਾਏ ਉਹਦਾ ਕੋਈ ਨੁਕਸਾਨ ਕੀ, ਤੇ ਸਾਈਡ ਇਫੈਕਟ ਨਹੀਂ ਹੈ, ਇੱਕ ਦਵਾਈ ਨਹੀਂ ਸੈਟਅਪ ਹੁੰਦੀ ਤਾਂ ਦੂਜੀ ਲੈ ਲਓ, ਤੇ ਪਰ ਦਵਾਈ ਉਹ ਰੇਂਜ ਰੱਖਣਾ ਚਾਹੀਦਾ। ਨਾਲੇ ਇੱਕ ਹੋਰ ਪ੍ਰੈਕਟੀਕਲ ਐਡਵਾਈਸ ਹੈ ਕਿ ਤੁਸੀਂ ਦੇਖੋ ਕਈ ਵਾਰੀ ਇੱਕ ਦਿਨ ਬਲੱਡ ਪ੍ਰੈਸ਼ਰ ਹਾਈ ਹੁੰਦਾ, ਦੂਜੇ ਦਿਨ ਘੱਟ ਹੁੰਦਾ, ਠੀਕ। ਇਸ ਲਈ ਅਸੀਂ ਇਨਕਰੇਜ ਕਰਦੇ ਹਾਂ ਘਰ 'ਚ ਆਪਣੇ ਚਾਹੇ ਬਲੱਡ ਪ੍ਰੈਸ਼ਰ ਦੀ ਮਸ਼ੀਨ ਰੱਖੋ ਜਾਂ ਐਂਬੂਲੇਟਰੀ ਬਲੱਡ ਪ੍ਰੈਸ਼ਰ ਜ਼ਰੂਰ ਚੈੱਕ ਕਰੋ, ਕਿਉਂਕਿ ਕਈ ਵਾਰੀ ਤੁਸੀਂ ਡਾਕਟਰ ਦੇ ਦਫ਼ਤਰ ਜਾਂਦੇ ਹੋ, ਬੰਦਾ ਐਂਕਸ਼ੀਅਸ ਹੁੰਦਾ, ਬਲੱਡ ਪ੍ਰੈਸ਼ਰ ਵਧਿਆ ਹੁੰਦਾ, ਤੁਸੀਂ ਆਪਣੇ ਘਰ ਬਲੱਡ ਪ੍ਰੈਸ਼ਰ ਦੀ ਕਿਟ ਮਿਲ ਜਾਂਦੀ, ਜਾਂ ਆ ਜਿਹੜੇ ਡਿਵਾਈਸਿਸ ਆ ਗਏ ਕਿਟ ਕੈਟ, ਉਹਨਾਂ ਤੁਹਾਡਾ ਆ ਜਾਂਦਾ। ਪਰ ਉਹ ਇਸ ਲਈ ਸਾਲਟ ਘਟਾਓ, ਐਕਸਰਸਾਈਜ਼ ਕਰੋ, ਤੇ ਆਪਣਾ ਸਟ੍ਰੈਸ ਨੂੰ ਰਿਲੀਵ ਕਰੋ, ਉਹਦੇ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰੱਖੋ, ਕਿਹੜਾ ਵੀ ਤਰੀਕਾ ਤੁਹਾਨੂੰ ਨਾ। ਅਨਕੰਟਰੋਲ ਬਲੱਡ ਪ੍ਰੈਸ਼ਰ ਡਾਊਨ ਦਾ ਰੋਡ ਹੌਲੀ ਹੌਲੀ, ਕਹਿੰਦੇ ਨਾ ਇੱਕ ਕੌੜੇ ਤਰੀਕੇ ਨਾਲ ਘਟਦਾ ਤੁਹਾਨੂੰ ਬਾਅਦ 'ਚ।
तो डॉक्टर साहब मेरा ये क्वेश्चन था important। कि थैंक यू डॉक्टर साहब, एक क्वेश्चन है कि सब लोग बात करते हैं हाई ब्लड प्रेशर की, लेकिन है जी, अगर हाई किसी ब्लड का प्रेशर की सब हाई ब्लड प्रेशर की तो बात करते हैं, लेकिन अगर किसी का ब्लड प्रेशर 60 और 100 हो, लोअर जो लो साइड है वो 60 और अपर साइड 100 है, उनको क्या लो करना चाहिए? टाइटल 60, हाँ, लो साइड 60, ਅਪਰ 100। अपर 100। ਉਹ ਥੋੜਾ ਜਿਹਾ ਰਿਲੇਟਿਵਲੀ ਲੋ ਹਰ ਇੱਕ ਲਈ ਇੰਡੀਵਿਜੂਅਲ ਬਲੱਡ ਪ੍ਰੈਸ਼ਰ ਆ, ਉਹਦਾ ਇਹੋ ਜਿਹੀ ਸਿਚੁਏਸ਼ਨ ਅਸੀਂ ਕੋਸ਼ਿਸ਼ ਕਰਦੇ ਕੋਈ ਚੱਕਰ ਤਾਂ ਨਹੀਂ ਆ ਰਹੇ ਮਰੀਜ਼ ਨੂੰ। ਜੇ ਤੁਹਾਨੂੰ नहीं, ਚੱਕਰ चक्कर नहीं कोई आ नहीं आ रहे, रहे, चक्कर कोई हाँ नहीं जी? आ रहे, मतलब चक्कर नहीं आ रहे, और ये काफी सालों से है, मतलब जिनकी मैं बात कर रहा हूँ काफी सालों से उनको ऐसे ही है। कभी कभी ये है कि हाँ लेट के उठे तो कई बार थोड़ा सा चक्कर आता है, कई बार महसूस होता है, तो उनको क्या करना चाहिए? क्या बढ़ा सकते हैं वो अपना ब्लड प्रेशर या क्या कर? जब महसूस होता है ना तो हाँ जी, हाँ जी। एट दैट टाइम थोड़ा पानी पियो ज़्यादा, कई बार डिहाइड्रेशन होती उसका तो ਉਹ ਲਓ। ਪਰ ਲੋ ਬਲੱਡ ਪ੍ਰੈਸ਼ਰ ਜਿਹੜਾ ਅਪਰ ਹਾਇਰ ਜਿਹੜਾ 100 ਕਹਿ ਰਹੇ, ਉਹਦੀ ਸਿਗਨੀਫੀਕੈਂਸ ਤਾਂ ਹੀ ਹੈ ਜੇ ਤੁਹਾਨੂੰ ਕੋਈ ਸਿੰਪਟਮਸ ਹੋਣ, ਮੀਨਿੰਗ ओके ਲਾਈਟ ਹੈਡedness ਹੋਏ, ਬਲੈਕ ਆਊਟ ਹੋਇਆ, ਓਕੇ, ਐ ਲੱਗੇ ਜਿਵੇਂ ਡਿਜ਼ੀਨੈਸ ਹੋ ਰਹੀ, ਓਕੇ। ओके, ऐसा तो कुछ इस नहीं है तो मतलब ठीक है, हाँ जी, मतलब ऐसा ਉਹ कुछ नहीं ਜੇ है तो इसका मतलब कोई प्रॉब्लम नहीं है, ठीक है। हाँ जी, मतलब अगर डिजीनेस नहीं है, लाइट हेडनेस नहीं हो रही है और लो ब्लड प्रेशर है तो कोई प्रॉब्लम नहीं है इसका मतलब। so then just sit tight on it, that's it, nothing to worry. थैंक यू उठने डॉक्टर। वक्त Every individual has different धीरे pressure. उठो। जब उठते हैं ना धीरे धीरे उठो, फिर चक्कर नहीं आएंगे। ठीक ठीक हाँ है। जी, मैं कहा उठने वाले हौले हौले उठो, हम्म। एकदम जल्दी ना उठो तो फिर चक्कर नहीं आएंगे। हाँ, that is depends on the age ਕਿ ਜੇ ਤੁਸੀਂ 70 ਤੋਂ ਉੱਪਰ ਹੋ ਤਾਂ ਜਦੋਂ ਬੈਡ ਤੋਂ ਸਡਨਲੀ ਗੈਟ ਅਪ ਨਾ ਕਰੋ, ਯੂ ਆਰ ਨਾਟ 16, ਸਲੋਲੀ ਉੱਠੋ, ਉਹਦੇ ਨਾਲ ਵੀ ਚੱਕਰ ਘੱਟ ਆਉਣ। ਤੇ ਬਾਕੀ ਜੇ ਸਿੰਪਟਮਸ ਕੋਈ ਨਹੀਂ ਹੈ 100 ਬਲੱਡ ਪ੍ਰੈਸ਼ਰ ਦਾ ਕੋਈ ਪ੍ਰੋਬਲਮ। I have one more question. What about this water with electrolytes? Is it safe to drink water with electrolyte? Electrolytes is a good point. Electrolytes ਸਾਨੂੰ ਚੈੱਕ ਕਰਨਾ ਚਾਹੀਦਾ, ਜੇ ਬਲੱਡ ਸਪੈਸ਼ਲੀ ਬਲੱਡ ਪ੍ਰੈਸ਼ਰ ਲੋ ਹੋਏ, ਜੇ ਹਾਈ ਹੋਏ ਤਾਂ ਵੀ ਚੈੱਕ ਕਰਨਾ ਪੈਂਦਾ। ਉਹਦੇ 'ਚ ਇਹ ਦੇਖੀਦਾ ਸੀ ਸਾਲਟ ਤਾਂ ਨਹੀਂ ਵਧਿਆ ਹੋਇਆ, ਪੋਟਾਸ਼ੀਅਮ ਤਾਂ ਨਹੀਂ ਵੱਧ, ਪੋਟਾਸ਼ੀਅਮ ਘੱਟ ਤਾਂ ਨਹੀਂ, ਮੈਗਨੀਜ਼ੀਅਮ ਤਾਂ ਨਹੀਂ ਉੱਪਰ ਥੱਲੇ, ਉਹਨਾਂ ਨੂੰ ਅਕੋਰਡਿੰਗਲੀ ਕਰੈਕਟ ਕਰੋ, ਉਹ ਥੋੜਾ ਜਿਹਾ ਫਰਕ ਪੈ ਜਾਂਦਾ ਬਲੱਡ ਪ੍ਰੈਸ਼ਰ ਡਿਪੈਂਡਿੰਗ ਔਨ ਕੀ ਨੰਬਰ ਹੈ। ਜੇ ਜ਼ਿਆਦਾ ਸਾਲਟ ਦਾ ਹੈ ਉਹਨੂੰ ਸਾਲਟ ਘਟਾਉਣਾ ਪਏਗਾ, ਪੋਟਾਸ਼ੀਅਮ ਲੋ ਆ ਉਹਦੇ ਲਈ ਪੋਟਾਸ਼ੀਅਮ ਦੇਣਾ ਪਏਗਾ। ਇਲੈਕਟ੍ਰੋਲਾਈਟ ਵਾਟਰ ਮਿਸਟਰ ਅਰੋੜਾ ਦਾ ਹੈ ਟੈਕਸ, ਉਹ ਤੁਸੀਂ ਲੈ ਸਕਦੇ ਹੋ ਇਲੈਕਟ੍ਰੋਲਾਈਟ ਵਾਟਰ, ਪਰ ਆਪਣਾ ਇਹ ਹੋਏ ਕਿ ਜ਼ਿਆਦਾ ਨਾ ਲਓ, ਇਲੈਕਟ੍ਰੋਲਾਈਟ ਚੈੱਕ ਕਰਕੇ ਲਓ, ਨਹੀਂ ਤਾਂ ਪੋਟਾਸ਼ੀਅਮ ਜੇ ਹਾਈ ਹੋਏਗਾ ਉਹ ਲਾਈਫ ਥ੍ਰੈਟਨਿੰਗ ਹੋ ਜਾਏਗਾ। ਥੋੜਾ ਬੈਲੈਂਸ ਕਰਕੇ ਲਓ, ਥੋੜਾ ਤੁਹਾਨੂੰ ਆਈਡੀਆ ਹੋਏ ਤੁਹਾਡੇ ਨੰਬਰਸ ਕੀ। अच्छा, ਮੈਂ ਕਿਹਾ ਨੰਬਰ ਕੀ ਹੋਣਾ ਚਾਹੀਦਾ, what should be between like between 60 to 70 or something like that? ਹੈ ਜੀ, ਉੱਪਰ ਕੁਝ ਬੋਲਣਾ, ਨੰਬਰ ਕੀ ਹੋਣਾ ਚਾਹੀਦਾ, ਮਤਲਬ ਜਿਹੜੀ ਹਾਰਟ ਰੇਟ ਜਿਹੜੀ between 60 to 70 ਜਾਂ ਹਾਂ 80? that's okay, between 60 and 70 is perfect, okay, ਠੀਕ also ਹਾਂ that is ideal, okay। ਕਈ ਵਾਰੀ ਤੁਹਾਨੂੰ ਸਿੰਪਟਮ ਨਹੀਂ ਹੁੰਦੇ 80 90 ਤੱਕ ਕੋਈ ਗੱਲ ਨਹੀਂ, ਕਿਸੇ ਰੀਜ਼ਨ ਕਾਰਨ ਹੋ ਸਕਦੇ, ਤੇ ਜੇ ਹਾਰਟ ਰੇਟ 50 ਤੋਂ ਥੱਲੇ ਆਣਗੇ ਤੁਹਾਨੂੰ ਜ਼ਰੂਰ ਚੱਕਰ ਆਣਗੇ। ਥੋੜੀ ਜਿਹੀ ਸੇਫਟੀ ਨੈਟ ਹੈਗਾ 50 ਤੇ 60 ਤੱਕ ਜਾਂ 70 ਤੋਂ 90 ਤੱਕ, ਪਰ ਉਸ ਤੋਂ ਉੱਪਰ ਸਿੰਪਟਮ ਉਹਨਾਂ ਦੀ ਰੇਂਜ ਨੂੰ ਕੱਢੋ, ਉੱਪਰਲੀ ਰੇਂਜ ਤਾਂ ਥੱਲੜੀ ਸਿੰਪਟਮ ਜ਼ਰੂਰ ਹੋਣ, ਪਰ ਆਈਡੀਅਲੀ 60 to 70। ਕਈ ਵਾਰੀ ਆਈਡੀਅਲ ਹੁੰਦਾ ਨਹੀਂ, ਪਰ ਕਈਆਂ ਦਾ ਹੁੰਦਾ, ਸੋ ਦੈਟ ਇਜ਼ ਅ ਰੇਂਜ, ਪਰਫੈਕਟ ਰੇਂਜ ਐਂਡ ਐਕਸੈਪਟੇਬਲ ਰੇਂਜ। डॉक्टर साहब एक्चुअली एप्पल दी ते सैमसंग दी वाच एट्रियल फिब्रिलेशन डिटेक्ट कर सकती है, नवी निकली नवी वाच एट्रियल फिब्रिलेशन डिटेक्ट कर सकती है। ਉਹ ਹਾਲੇ ਪ੍ਰੂਵ ਕਰ ਸਕਦੀ, ਪਰ ਉਹ ਨਾ ਹਾਲੇ ਲੋਗਰਿਥਮ ਜਿਹੜੀ ਆ ਉਹ ਫਾਲਸ ਪੋਜ਼ਿਟਿਵ ਫਾਲਸ ਨੈਗੇਟਿਵ ਬੜੇ ਆ ਰਹੇ।
ਇਟਸ ਨਾਟ ਪਰਫੈਕਟ। ਤੇ ਉਹ ਥੋੜਾ ਜਿਹਾ ਹੋਰ ਥੋੜਾ ਕਲੈਰੀਫਿਕੇਸ਼ਨ ਹੋਏਗੀ ਐਟਰੀਅਲ ਫਾਈਬ੍ਰਿਲੇਸ਼ਨ ਦੀ, ਥੋੜੇ 1-2 ਹੋਰ ਇੰਸਟਰੂਮੈਂਟਸ ਆਉਣਗੇ ਤਾਂ ਪਤਾ ਹੋਗਾ। ਹਾਲੇ ਤਾਂ ਇਟ ਇਜ਼ ਰੇਜ਼ਿੰਗ ਮੋਰ ਅਲਾਰਮ। ਤਾਂ ਸਾਡੇ ਕੋਲ ਪੇਸ਼ੈਂਟ ਆਉਂਦੇ ਕਿ ਮੈਂ AFib ਕੱਢੀ ਹੈ ਐਟਰੀਅਲ ਫਾਈਬ੍ਰਿਲੇਸ਼ਨ, ਜਦੋਂ ਅਸੀਂ ਐਕਚੁਅਲ EKG ਕਰਦੇ AFib ਹੁੰਦੇ ਪੇਸ਼ੈਂਟ ਉਨੀ ਦੇਰ ਤੱਕ ਐਂਗਜ਼ਾਇਟੀ ਹੋ ਜਾਂਦੀ ਨਾ, ਇਸ ਲਈ ਥੋੜਾ ਯੈਸ ਅਲਰਟ ਕਰ ਦਿੰਦੀ ਤੁਹਾਨੂੰ ਜਾ ਕੇ ਆਪਣੇ 12 ਲੀਡ EKG कराओ ਦਿਓ। तो डॉक्टर साहब जिनको फाइब्रिलेशन है, मान लो हमें पता है कि है और वो दवाई ले रहे हैं डॉक्टर से, तो वो दवाई अगर किसी को ये प्रॉब्लम है फाइब्रिलेशन की जो आप बता रहे हैं, वो अगर हमें पता है कि है और उसके लिए कुछ सर्जरी वगैरह चाहिए होती है या दवाइयों से ही हो जाता है काम? किसके लिए? अगर एक्चुअल दवाइयां ले रहे फाइब्रिलेशन? हैं, हाँ जी हाँ जी, Okay, usually 90% of the 90, let's say in modern days you can cut it down to 80%. 80% of the time medicine, most important medicine is taking a blood thinner. Especially people who have heart failure, people who have diabetes. There's a scoring system we go by called CHAT score. ਤੁਸੀਂ ਗੂਗਲ ਵੀ ਕਰ ਸਕਦੇ ਹੋ। C stands for congestive heart failure, H for hypertension, A for age above 75, D for diabetes, which each has a score of 1 except 2, diabetes which gets 2. So ਤੁਹਾਡਾ score 1 ਤੋਂ ਜ਼ਿਆਦਾ ਹੈ, that means your chances of having stroke with AFib are very high, at least 2.5% per year. ਉਹਦੇ ਲਈ ਤੁਹਾਨੂੰ ਬਲੱਡ ਥਿਨਰ ਦੀ ਜ਼ਰੂਰ ਲੈਣਾ ਪਏਗਾ, ਬਲੱਡ ਥਿਨਰ ਚਾਹੇ ਐਲੀਕੁਐਸ ਹੋਏ, ਥਰਾਲਟੋ ਹੋਏ ਜਾਂ ਕੁਛ ਵੀ ਹੋਵੇ। ਤੇ ਬਾਕੀ ਹਾਰਟ ਰੇਟ ਕੰਟਰੋਲ ਲਈ ਜੇ ਦਵਾਈਆਂ ਫੇਰ ਹੋ ਜਾਣ, ਕਈ ਵਾਰੀ ਹਾਰਟ ਰੇਟ ਤਾਂ ਵੀ ਨਹੀਂ ਕੰਟਰੋਲ ਹੁੰਦਾ, ਫਿਰ ਜਿਹੜਾ ਸਰਜਰੀ ਤੁਸੀਂ ਜ਼ਿਕਰ ਕਰ ਰਹੇ ਹੋ ਉਹਨੂੰ ਅਸੀਂ ਕਹਿੰਦੇ ਐਬਲੇਸ਼ਨ। ਉਹ ਸਰਜਰੀ ਨਹੀਂ, ਕੋਈ ਕਟਿੰਗ ਵਾਲਾ ਕੰਮ ਨਹੀਂ। ਇਟ ਇਜ਼ ਲਾਈਕ ਸਿੰਪਲ ਹਾਰਟ ਕੈਥੇਟਰਾਈਜ਼ੇਸ਼ਨ ਜਿਵੇਂ ਅਸੀਂ ਕਰਦੇ ਉੱਦਾਂ ਹੀ ਗਰੋਇਨ ਤੋਂ ਵੇਨ ਦੇ ਵਿੱਚ ਜਾ ਕੇ ਕੈਥੇਟਰ ਪਾਉਂਦੇ ਅਸੀਂ। ਉਹ ਕੈਥੇਟਰ ਜਿਹੜਾ ਉਸ ਏਰੀਏ ਤੇ ਜਾਂਦਾ ਜਿੱਥੋਂ ਐਟਰੀਅਲ ਫਾਈਬ੍ਰਿਲੇਸ਼ਨ ਮੈਪ ਆਊਟ ਹੋ ਜਾਂਦੀ 3D ਇਮੇਜਿੰਗ ਨਾਲ, ਉਸ ਨੂੰ ਲੋਕਲਾਈਜ਼ ਕਰਕੇ ਉੱਥੇ ਅਸੀਂ ਪਲਸ ਦਿੰਦੇ ਹਾਂ ਫॉर ਚਾਹੇ ਕਰਾਇਓ ਮੀਨਿੰਗ ਕੋਲਡ ਜਾਂ ਹੀਟ ਰੇਡੀਏਸ਼ਨ। ਉਹਦੇ ਨਾਲ ਗੁੱਡ ਹੈਂਡਸ ਇਟ ਇਜ਼ ਅਬਾਊਟ 90% ਇਫੈਕਟਿਵ। ਉਹਦੇ ਨਾਲ ਤੁਹਾਨੂੰ ਕਈ ਵਾਰੀ 6 ਮਹੀਨੇ ਬਾਅਦ ਬਲੱਡ ਥਿਨਰ ਵੀ ਨਹੀਂ ਦੇਣਾ ਚਾਹੀਦਾ। ਹੋਰ ਜਿਹੜਾ ਛਾਤੀ ਖੋਲਣ ਵਾਲਾ ਕੰਮ ਨਹੀਂ ਹੈ, ਦਹੀਂ ਟਿਊਬ ਪਾ ਕੇ ਕਰਨ ਵਾਲਾ। ਬਾਕੀ ਕਈ ਵਾਰੀ ਜੇ ਬੰਦਾ ਆਪਰੇਸ਼ਨ 'ਚ ਜਾਏ, ਉਹਦੀ ਹਾਰਟ ਆਪਰੇਸ਼ਨ ਲਈ ਜਿਹੜਾ ਵੈਲਵ ਦੇ ਆਪਰੇਸ਼ਨ ਲਈ ਨਾਲ AFib ਹੈ, ਉਦੋਂ ਅਸੀਂ ਉਸ ਨੂੰ AFib ਨੂੰ ਸਰਜੀਕਲੀ ਡੀਲ ਕਰਦੇ ਹਾਂ। ਉਹਨੂੰ ਕਹਿੰਦੇ ਮੇਜ਼ ਆਪਰੇਸ਼ਨ, MAZE। ਉਹ ATM ਜਿਹੜਾ ਹਾਰਟ ਜਿੱਥੋਂ ਆਉਂਦੀ AFib ਉਸ ਏਰੀਏ ਨੂੰ ਥੋੜ੍ਹਾ ਜਿਹਾ ਪਾਥਵੇ ਅਸੀਂ ਕ੍ਰਾਸ ਕਰਕੇ ਉਹਨਾਂ ਨੂੰ AFib ਨੂੰ ਪ੍ਰੀਵੈਂਟ ਕਰਦੇ ਹਾਂ ਤਾਂ ਕਿ ਵਧੇ ਨਾ। ਬਟ ਤੱਥ ਇਹ ਆ ਕਿ 70-80% ਟਾਈਮ ਦਵਾਈਆਂ, ਓਕੇਜਨਲੀ 20 to 30% ਅਬਲੇਸ਼ਨ, ਜਿਹੜਾ ਸਰਜੀਕਲ ਕੰਮ ਆ ਉਹ ਬਹੁਤ ਘੱਟ। थैंक यू डॉक्टर साहब। ਥੈਂਕ ਯੂ। You're welcome. ਓਕੇ, ਸੋ ਬਹੁਤ ਵਧੀਆ ਸੈਸ਼ਨ ਰਿਹਾ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ। ਸੋ ਇੱਕ ਵਾਰੀ ਮੈਂ ਸਮਰਾਈਜ਼ ਕਰਦਾ, ਤੁਸੀਂ ਦੱਸਿਆ ਕਿ ਹੈਲਥੀ ਹਾਰਟ ਵਾਸਤੇ ਮੈਡੀਟੇਰੀਅਨ ਡਾਈਟ, ਸਟ੍ਰੈਸ ਫ੍ਰੀ ਰਹੋ। ਹੋਰ ਕੋਈ ਚੀਜ਼ ਦੱਸਣਾ ਚਾਹੋਗੇ ਲਾਸਟ ਐਂਡ ਲਾਈਕ 2-3 ਮਿੰਟਾਂ ਦੇ ਵਿੱਚ? ਹੋਰ ਆਪਣਾ ਬੀ ਪ੍ਰੋਐਕਟਿਵ ਹੈਲਥੀ ਹਾਰਟ ਵਾਸਤੇ ਕੀ ਕੁਝ ਕਰ ਸਕਦੇ ਹਾਂ ਆਪਾਂ ਤਾਂ ਕਿ ਸਾਰੇ ਹਾਰਟ ਤੱਕ ਬਚਣ? ਐਕਸਰਸਾਈਜ਼ ਕਰੋ। ਓਕੇ ਓਕੇ, ਐਕਸਰਸਾਈਜ਼ ਆਪਾਂ 2 ਮਿੰਟਾਂ 'ਚ ਦੱਸ ਦਿੰਦੇ ਜਿਹੜੀ ਰਿਕਮੈਂਡਡ ਹਾਰਟ ਹੈਲਥ ਦੇ ਲਈ ਫॉर ਅਮਰੀਕਨ ਹਾਰਟ ਇਸ ਕੇ ਅੱਧਾ ਘੰਟਾ ਰੋਜ਼, ਮੀਨਿੰਗ 150 ਮਿੰਟਸ ਪਰ ਵੀਕ, 5 days a week minimum। ਜੇ ਤੁਸੀਂ 7 ਦਿਨ ਕਰੋ ਉਹ ਬੋਨਸ ਪੁਆਇੰਟ ਆ, ਪਰ ਸਟੱਡੀਜ਼ ਹੈਵ ਸ਼ੋਨ ਕਿ ਤੁਸੀਂ ਜੇ 150 ਮਿੰਟਸ ਪਰ ਵੀਕ ਰੈਗੂਲਰਲੀ ਐਕਸਰਸਾਈਜ਼ ਕਰੋ, ਤੁਹਾਡੇ ਚਾਂਸ ਹਾਰਟ ਦੇ ਪ੍ਰੋਬਲਮ ਦੇ ਘੱਟ। ਚਾਹੇ ਐਕਸਰਸਾਈਜ਼ ਇਹ ਨਹੀਂ ਕਿ ਪਸੀਨੇ ਕੱਢਣ ਦੀ ਲੋੜ ਹੈ, ਚਾਹੇ ਤੁਰੋ, ਚਾਹੇ ਟ੍ਰੈਡਮਿਲ ਤੇ ਹੋ, ਕਿਸੇ ਵੀ। ਡਾਕਟਰ ਸਾਹਿਬ ਜਿਹੜਾ ਓਲੀਵ ਆਇਲ ਆ, ਓਲੀਵ ਆਇਲ ਠੰਡਾ ਖਾਣਾ ਐਡਵਾਈਜ਼ੇਬਲ ਹੈ ਜਾਂ ਗਰਮ ਕਰਕੇ? ਨਹੀਂ, ਕੱਲਾ ਹੀ ਠੀਕ। ਕੋਈ ਉਹਦੇ 'ਚ ਕੋਈ ਕਿਸੇ ਨੇ ਡਿਫਰੈਂਸ਼ੀਏਟ ਨਹੀਂ ਕੀਤਾ ਗਰਮ ਕਰੋ ਜਾਂ ਨਾ ਕਰੋ। ਅਸੀਂ ਕੋਈ ਮੈਂਸ਼ਨ ਨਹੀਂ ਕਰਦੇ ਗਰਮ ਕਰੋ ਜਾਂ ਬੋਇਲ ਕਰ ਸਕਦੇ ਹਾਂ, ਬੋਇਲ ਕਰ ਸਕਦੇ ਹਾਂ, ਮਤਲਬ ਬੋਇਲ ਕਰ ਸਕਦੇ। ਈਦਰ ਵੇਜ਼ ਕੋਈ ਸਟੱਡੀਜ਼ ਨਹੀਂ ਹੈਗੀ।
ਪਰ ਐਕਸਰਸਾਈਜ਼, ਨੋ ਸਮੋਕਿੰਗ, ਜਿਹੜੇ ਬੰਦੇ ਕੋਈ ਸਮੋਕ ਕਰਦੇ ਉਹ ਬੜਾ ਇੰਪੋਰਟੈਂਟ ਕੰਮ। ਆਪਣਾ ਕੋਲੇਸਟ੍ਰੋਲ ਕੰਟਰੋਲ ਰੱਖੋ, ਓਕੇ, ਤੇ ਡਾਇਬਟੀਜ਼ ਜੇ ਕਿਸੇ ਨੂੰ ਹੈ ਉਹ ਵੀ ਬੜੀ ਇੰਪੋਰਟੈਂਟ, ਉਹਨੂੰ ਅੰਡਰ ਕੰਟਰੋਲ ਰੱਖੋ। ਚਾਹੇ ਉਹ ਮੋਟਾ ਕੰਮ ਇਹ ਆ ਕਿ S ਨੂੰ ਅਵੋਇਡ ਕਰੋ, ਸਾਲਟ ਐਂਡ ਸ਼ੂਗਰ। ਡਾਕਟਰ ਸਾਹਿਬ ਜੇ ਬੀਪੀ ਹਾਈ ਹੋਵੇ ਤੇ ਫਿਰ ਕਿਹੜੀ ਗੋਲੀ ਨਹੀਂ ਖਾਣੀ ਚਾਹੀਦੀ? ਲਿਸਿਪ੍ਰੋਨੋਲ ਹੈਗੀ ਹੈ ਤੇ ਇੱਕ ਹੈਗੀ ਆ ਐਮਲੋਡੀਪੇਨ। ਅਮਲੋਡੇਪੀਨ ਤਾਂ ਬਲੱਡ ਪ੍ਰੈਸ਼ਰ ਦੀ ਗੋਲੀ ਹੈ, ਡਿਪੈਂਡ ਕਰਦਾ। ਅਮਲੋਡੇਪੀਨ ਇਜ਼ ਅ ਗੁੱਡ ਮੈਡੀਸਨ ਜੇ ਬਲੱਡ ਨਹੀਂ, ਪ੍ਰੈਸ਼ਰ ਹਾਈ ਹੈ, ਜੇ ਹਾਈ ਹੋ ਜੇ ਜਵੇ ਤੁਸੀਂ ਯੰਗ, ਉਹਦੇ ਸਾਈਡ ਇਫੈਕਟ ਹੈ ਅਮਲੋਡੇਪੀਨ ਦੇ, ਹਰ ਮੈਡੀਸਨ ਦੇ ਕੋਈ ਨਾ ਕੋਈ ਸਾਈਡ ਇਫੈਕਟ। ਨਹੀਂ, ਜੇ ਹਾਈ ਅਮਲੋਡੇਪੀਨ ਹੋਵੇ, ਹਾਂਜੀ, ਜਦੋਂ ਐਕਸਕਿਊਜ਼ ਮੀ, ਜਦੋਂ ਬਲੱਡ ਪ੍ਰੈਸ਼ਰ ਜੇ ਹਾਈ ਆ ਤੇ ਇਹਦੇ ਵਿੱਚ ਐਮਲੋਡੇਪੀਨ ਬੰਦ ਕਰਨੀ ਚਾਹੀਦੀ ਕਿ ਲਿਸਿਪ੍ਰੋਲਿਨ ਬੰਦ ਕਰਨੀ ਚਾਹੀਦੀ ਆ? ਨਹੀਂ, ਅਮਲੋਡੇਪੀਨ ਬੰਦ ਕਰਨ ਦੀ ਨਹੀਂ ਲੋੜ। ਹਾਈ, ਜੇ ਹਾਈ ਬਲੱਡ ਪ੍ਰੈਸ਼ਰ ਹੈ ਅਮਲੋਡੇਪੀਨ ਠੀਕ ਹੈ। ਨਹੀਂ, ਔਨ ਵਨ ਸਰਟਨ ਡੇ ਸਪੋਜ਼ ਠੀਕ ਹੈ, ਖਾਸ ਮਤਲਬ ਜੇ ਮੈਂ ਹਰ ਰੋਜ਼ ਬਲੱਡ ਪ੍ਰੈਸ਼ਰ ਚੈੱਕ ਕਰਦਾ ਆ ਤੇ ਜੇ ਕਿਸੇ ਦਿਨ ਬਲੱਡ ਪ੍ਰੈਸ਼ਰ ਹਾਈ ਆ ਤੇ ਫਿਰ ਉਸ ਦਿਨ ਕੀ ਕਰਨਾ ਚਾਹੀਦਾ? ਮਤਲਬ ਇੱਕ ਆਈਸੋਲੇਟਡ ਵਨ ਡੇ, ਆਈਸੋਲੇਟਡ ਵਨ ਡੇ ਹੋਏ, ਪਰ ਉਹਨੂੰ ਦੁਬਾਰਾ ਚੈੱਕ ਕਰੋ, ਫਿਰ ਕਨਫਰਮ ਕਰੋ ਕਿ ਕੰਸਿਸਟੈਂਟਲੀ ਜੇ 2-3 ਵਾਰੀ ਜੇ ਹਾਈ ਹੋਏ 2 ਵਾਰੀ ਜਾਂ 3 ਵਾਰੀ, ਫਿਰ ਉਦੋਂ ਤੁਸੀਂ ਗੋਲੀ ਖਾ ਸਕਦੇ, ਚੈੱਕ ਕਰਾਓ, ਸਾਲਟ ਦੀ ਇਨਟੇਕ ਘਟਾਓ। ਅਸੀਂ ਤਾਂ ਹੀ ਤਾਂ ਕਹਿੰਦੇ ਐਂਬੂਲੇਟਰੀ ਬਲੱਡ ਪ੍ਰੈਸ਼ਰ ਚੈੱਕ ਹੋਣਾ ਚਾਹੀਦਾ, ਮੀਨਿੰਗ ਤੁਸੀਂ 2-3 ਦਿਨ ਤੁਹਾਡਾ ਜੇ ਬਲੱਡ ਪ੍ਰੈਸ਼ਰ ਹਾਈ ਜਾ ਰਿਹਾ ਫਿਰ ਗੋਲੀ ਨਹੀਂ ਲੈਣੀ ਚਾਹੀਦੀ। ਜੇ ਇੱਕ ਦਿਨ ਹਾਈ ਹੈ ਉਹਦਾ ਕੋਈ ਜਜਮੈਂਟ ਕਾਲ ਹੈ ਜੇ ਕਿੰਨਾ ਹਾਈ, ਜੇ ਬਾਰਡਰ ਲਾਈਨ ਹਾਈ ਹੈ ਉਹਨੂੰ ਅਵੋਇਡ ਕਰੋ। ਕੰਟੀਨਿਊ ਲੈਣੀ ਕੰਟੀਨਿਊਸਲੀ ਆਇਆ ਫਿਰ ਤਾਂ ਦਵਾਈ ਲੈਣੀ ਪੈਂਦੀ। ਇਹਦੀਆਂ ਗੋਲੀਆਂ ਕੰਟੀਨਿਊ ਲੈਣੀਆਂ ਚਾਹੀਦੀਆਂ ਜਾਂ ਤੁਸੀਂ? ਨਹੀਂ, ਬਿਲਕੁਲ ਕੰਟੀਨਿਊਸ ਲੈਣੀ ਚਾਹੀਦੀ, ਕਿਉਂਕਿ ਜੇ ਉਦੋਂ ਹੀ ਤੁਸੀਂ ਘਟਾਓਗੇ ਰਿਬਾਊਂਡ ਹੋਏਗਾ, ਬਲੱਡ ਪ੍ਰੈਸ਼ਰ ਫਿਰ ਵਧੇਗਾ। 2-3 ਦਿਨ ਚਾਹੇ ਨਾ ਵਧੇ, ਹੋਰ 3-4 ਦਿਨ, ਹਫ਼ਤੇ ਬਾਅਦ, 2 ਹਫ਼ਤੇ ਬਾਅਦ ਫਿਰ ਵਧੇ। ਤੁਸੀਂ ਡੋਜ਼ ਘਟਾ ਸਕਦੇ ਹੋ ਪਰ ਬੰਦ ਨਹੀਂ ਕਰਨੀ ਚਾਹੀਦੀ। ਹਾਂਜੀ, ਬਿਲਕੁਲ ਘੱਟ ਜਾਏ, ਬਿਲਕੁਲ ਪਰਫੈਕਟ ਨੋਰਮਲ ਹੈ ਮਹੀਨੇ ਲਈ, 2 ਮਹੀਨੇ ਲਈ, ਫਿਰ ਤੁਸੀਂ ਇੱਕ ਦਿਨ ਛੱਡ ਕੇ ਲੈ ਸਕਦੇ ਹੋ ਜਾਂ ਕੁਛ ਏਦਾਂ। ਉਹਦੇ 'ਚ ਕੋਈ ਸਟੱਡੀ ਨਹੀਂ ਹੈ, ਇਟਸ ਇੰਡੀਵਿਜੂਅਲ ਜਜਮੈਂਟ ਕਾਲ, ਪੇਸ਼ੈਂਟ ਟੂ ਪੇਸ਼ੈਂਟ, ਡਿਪੈਂਡਿੰਗ ਔਨ ਕਿੱਥੇ। ਠੀਕ ਹੈ ਡਾਕਟਰ ਸਾਹਿਬ, ਥੈਂਕ ਯੂ ਜੀ। ਯੂ ਵੈਲਕਮ। ਓਕੇ, ਥੈਂਕ ਯੂ एवरीवन फॉर ज्वाइनिंग। ਹਾਂਜੀ, ਹੋਰ ਕੋਈ ਕੁਐਸਚਨ ਬਿਫੋਰ ਵੀ ਡਿਸਕੰਟੀਨਿਊ? ਕੋਈ ਹੋਰ ਕਿਸੇ ਆਪਣੇ ਦਾ ਕੁਐਸਚਨ ਹੋਵੇ ਡਾਕਟਰ ਸਾਹਿਬ ਕੋਲ? ਕੁਝ ਹੋਰ? ਹਾਂਜੀ ਡਾਕਟਰ ਸਾਹਿਬ, ਮੇਰਾ ਇੱਕ ਕੁਐਸਚਨ ਸੀਗਾ। ਮੈਂ ਗੱਲ ਕਹਿਣੀ ਸੀ, ਕੋਈ ਨਹੀਂ ਤੁਸੀਂ ਬੋਲੋ ਪਹਿਲੇ। ਡੇਰੀ ਪ੍ਰੋਡਕਟ ਕਿੱਦਾਂ, ਕਿਸ ਹਿਸਾਬ ਨਾਲ ਲੈਣਾ ਚਾਹੀਦਾ? ਮੈਂ ਬੇਸਿਕਲੀ ਜੇ ਦੁੱਧ ਜਾਂ ਆਪਾਂ ਪੀਂਦੇ ਆ ਜਾਂ ਇਹ ਚੀਜ਼ਾਂ ਦੇ ਕਿੰਨਾ ਕੁ ਉਹਦੀ ਕੁਆਂਟੀਟੀ ਕੀ ਹੋਣੀ ਚਾਹੀਦੀ ਜਾਂ ਕੋਈ ਏਦਾਂ ਕਿੰਨੇ ਬੈਨੀਫਿਟ ਹੈਗੇ ਜਾਂ ਨਹੀਂ ਬੈਨੀਫਿਟ ਡੇਰੀ ਪ੍ਰੋਡਕਟ? ਥੋੜਾ ਦੁਬਾਰਾ ਰਿਪੀਟ ਕਰਨਾ, ਕਲੀਅਰ ਨਹੀਂ। ਮੈਂ ਡੇਰੀ ਪ੍ਰੋਡਕਟ ਦੀ ਗੱਲ ਕਰ ਰਿਹਾ, ਸਪੈਸ਼ਲੀ ਮਿਲਕ, ਤੇ ਇਹ ਬੈਨੀਫਿਟ ਕਿੰਨਾ ਕੁ ਬੈਨੀਫੀਸ਼ੀਅਲ ਹੈ? ਡਾਕਟਰ ਸਾਹਿਬ ਡੇਅਰੀ ਪ੍ਰੋਡਕਟਸ ਦੀ ਪੁੱਛ ਰਹੇ ਵੀ ਦੁੱਧ, ਮਿਲਕ, ਦਹੀਂ ਜ਼ਿਆਦਾ ਖਾਣਾ ਚਾਹੀਦਾ ਜਾਂ ਨਹੀਂ, ਇਹਦੇ ਬਾਰੇ ਪੁੱਛ ਰਹੇ ਸੀ। ਦਹੀਂ ਠੀਕ ਹੈ, ਯੋਗਰਟ ਇਜ਼ ਗੁੱਡ। ਦੁੱਧ ਵੀ ਠੀਕ ਹੈ, ਦੁੱਧ ਜਿੰਨਾ ਮਰਜ਼ੀ ਪੀ ਲਓ, ਦੁੱਧ ਵੀ, ਹਾਂਜੀ, ਮਿਲਕ, ਦੁੱਧ ਵੀ ਠੀਕ ਹੈ, ਯੋਗਰਟ। ਜੇ ਤੁਸੀਂ ਮੈਡੀਟੇਰੀਅਨ ਡਾਈਟ ਨੂੰ ਡਾਊਨਲੋਡ ਕਰੋ ਨਾ, ਉਹਦੇ 'ਚ ਹੈਗੀ ਯੋਗਰਟ ਵੀ। ਓਕੇ, ਉਹਦੇ 'ਚ ਹੈ ਦੁੱਧ ਵੀ, ਯੋਗਰਟ ਵੀ ठीक है, ओके। तो डॉक्टर साहब इसी से रिलेटेड एक क्वेश्चन है कि ऑनलाइन मैंने कुछ जगह पढ़ा है कि भाई जो अगर हम एनिमल प्रोडक्ट जितने भी खाते हैं उससे कोलेस्ट्रॉल बढ़ता है, और जितने भी ऑयल हैं जैसे प्लांट बेस्ड ऑयल है उससे ट्राइग्लिसराइड होता है। अच्छा, पीछे आवाज आ रही, बट व्हाट आई हर्ड, plant based food is much better than animal food. ਜਿਹੜਾ ਤੁਹਾਡੀ ਆਪਣਾ ਬਟਰ ਵੀ ਘਟਾਓ ਤੇ ਜਿਹੜੇ ਪਲਾਂਟ ਬੇਸਡ ਫੂਡ ਵੱਲ ਜ਼ਿਆਦਾ ਜ਼ੋਰ ਦਿਓ, ਐਨੀਮਲ ਫੂਡ। ਜਿਹੜਾ ਤੁਸੀਂ ਫਿਸ਼ ਐਂਡ ਚਿਕਨ ਵੀ ਮੈਂ ਕਹਿ ਰਿਹਾ, ਉਹ ਸਿਰਫ ਹਫ਼ਤੇ 2 ਜਾਂ 3 ਵਾਰੀ, ਇਹ ਨਹੀਂ ਕਿ ਰੋਜ਼ ਹੀ ਚੱਕ ਲਓ। ਤੇ ਬਾਕੀ ਰੈਡ ਮੀਟ ਤਾਂ ਬਿਲਕੁਲ ਬੰਦ ਕਰਨਾ ਚਾਹੀਦਾ।
ਜੇ ਕੋਈ ਕਲੈਰੀਆ ਲੈਂਪ ਵਗੈਰਾ ਹੋਏ, ਓਕੇ, ਸੋ ਉਹ ਬਿਲਕੁਲ ਉਹਦੇ ਨਾਲ ਜਿਹੜੀਆਂ ਹਾਰਟ ਦੀਆਂ ਤਾਂ ਵੀ ਪਲੱਗਡ ਹੁੰਦੀਆਂ। ਜਿਹੜੇ ਅਮਰੀਕਨ ਚ ਕਿਉਂ ਹਾਰਟ ਡਿਜ਼ੀਜ਼ ਨਹੀਂ ਪ੍ਰੋਬਲਮ? ਮੇਨ ਪ੍ਰੋਬਲਮ ਇਜ਼ ਡਾਇਟ। ਓਬੇਸਿਟੀ ਕਿਉਂ ਪ੍ਰੋਬਲਮ? ਓਬੇਸਿਟੀ ਹੈਜ਼ ਬਿਕਮ ਲਾਈਕ ਪੈਂਡੈਮਿਕ, ਇਟਸ ਆਲ ਓਵਰ ਦਾ ਵਰਲਡ। ਹੁਣ ਇੰਡੀਆ 'ਚ ਕਿਉਂ ਵੱਧ ਰਹੀ ਹਾਰਟ ਡਿਜ਼ੀਜ਼? ਕਿਉਂਕਿ ਉਹਨਾਂ ਦੀਆਂ ਵੈਸਟਰਨਾਈਜ਼ ਹੈਬਿਟਸ ਹੋ ਰਹੀ ਲਾਸਟ 10 ਸਾਲਾਂ ਤੋਂ, ਮੀਨਿੰਗ ਖਾ ਲਿਆ ਪੀ ਲਿਆ ਤੇ ਨੋਨ ਵੈਜੀਟੇਰੀਅਨ ਜਾ। ਇਸ ਲਈ ਇਹ ਜਿਹੜਾ ਡਾਇਟ ਦਾ ਕੰਮ ਬੜਾ ਇੰਪੋਰਟੈਂਟ ਹੈ। ਇਹ ਰੂਟ ਕਾਜ਼ ਪ੍ਰੋਬਲਮ ਦੀ ਹੈਗੀ ਸਾਰੇ। ਇਹਦੇ 'ਚ ਇਹ ਆ ਕਿ ਜੇ ਡਾਇਟ ਤੁਸੀਂ ਨਹੀਂ ਕਰੋਗੇ ਤੇ ਬਾਅਦ ਤੁਹਾਨੂੰ ਇਹ ਖਾਏਗੀ ਡਾਇਟ ਬਾਅਦ 'ਚ। ਮੈਂ ਜੋ ਜਿਹੜੇ ਸ਼ੂਗਰ ਹੈ ਉਹਨੂੰ ਇੱਕ ਲੜੀ ਪੈਂਦੀ ਸ਼ੂਗਰ, ਬਟ ਘੱਟ ਕਰੋ। ਕਿਉਂਕਿ ਇਹ ਹੈ ਉਹ ਪੰਜਾਬੀ 'ਚ ਮੈਂ ਕਈ ਵਾਰੀ ਮਰੀਜ਼ਾਂ ਨੂੰ ਸਮਝਾਉਂਦਾ ਕਿ ਪਹਿਲਾਂ ਅਸੀਂ ਸ਼ੂਗਰ ਖਾਂਦੇ ਫਿਰ ਸ਼ੂਗਰ ਸਾਨੂੰ ਖਾਏਗੀ, ਮੋਟੀ ਗੱਲ। ਓਕੇ, ਸੋ ਇਸ ਲਈ ਕਿਉਂਕਿ ਸ਼ੂਗਰ ਜੇ ਅਨਕੰਟਰੋਲ ਹੋਏਗੀ ਹਾਰਟ ਪ੍ਰੋਬਲਮ ਵੀ ਵਧੇਗੀ, ਹਾਰਟ ਦੀਆਂ ਬੰਦ ਹੋਣਗੀਆਂ, ਸਟ੍ਰੋਕ ਵੀ ਹੋ ਸਕਦਾ ਜ਼ਿਆਦਾ ਕਾਮਨ, ਲੱਤਾਂ ਦੀਆਂ ਆਰਟਰੀਆਂ ਵੀ ਬੰਦ ਹੋਣਗੀਆਂ। ਤੇ ਕਈ ਵਾਰੀ ਸ਼ੂਗਰ ਨਾ ਕੰਟਰੋਲ ਹੋਏ ਤੁਹਾਡੀਆਂ ਜਿਹੜੀਆਂ ਪੋਲੀਨਿਊਰੋਪੈਥੀ ਉਹਨੂੰ ਕਹਿੰਦੇ ਅਸੀਂ, ਨਰਵ ਦੀ ਡੈਮੇਜ ਹੋ ਜਾਂਦੀਆਂ ਬਾਕੀਆਂ ਨੂੰ। ਸੋ ਆਪਣਾ ਸਪੈਸ਼ਲੀ ਜਦੋਂ ਤੁਸੀਂ ਮਿਡਲ ਏਜ 'ਚ ਪਹੁੰਚ ਜਾਂਦੇ ਹੋ, ਜਵਾਨੀ ਦਾ ਸਾਰਾ ਕੁਝ ਕਰਦੇ ਹਾਂ ਅਸੀਂ ਲੋਕ, ਉਦੋਂ ਇਹ ਐਜੂਕੇਸ਼ਨ ਬੜੀ ਇੰਪੋਰਟੈਂਟ ਹੈ ਕਿ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ, ਤੇ ਆਪਣੀ ਡਾਇਬਟੀਜ਼, ਹਾਈਪਰਟੈਂਸ਼ਨ ਤੇ ਕੰਟਰੋਲ ਕਰਕੇ ਰੱਖੋ ਨਾਲ ਡਾਇਟ। ਉਹਦੇ ਨਾਲ ਠੀਕ ਹੈ ਤੁਹਾਡੇ ਮੈਂਟਲੀ ਵੀ ਅਲਰਟ ਰਹੋਗੇ, ਬਿਮਾਰੀ ਵੀ ਘੱਟ ਹੋਏਗੀ। ਜਦੋਂ ਓਲਡ ਏਜ ਆਏਗੀ ਉਦੋਂ ਤੁਸੀਂ ਕਿਸੇ ਤੇ ਡਿਪੈਂਡੈਂਟ ਨਹੀਂ ਰਹੋਗੇ, ਤੁਸੀਂ ਇੰਡੀਪੈਂਡੈਂਟ ਹੀ ਰਹੋਗੇ। ਨਹੀਂ ਤਾਂ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਅਮਰੀਕਾ 'ਚ ਹੋ ਸਕਦੀ, ਇੱਥੇ ਸਾਰੇ ਬਿਜ਼ੀ ਹੈ, ਬੱਚੇ ਹੀ ਬਿਜ਼ੀ ਹੋਏ ਨੇ ਆਪਣੇ। ਇਹ ਨਾ ਹੋਏ ਕਿ ਬਜ਼ੁਰਗ 'ਚ ਆ ਕੇ ਸਾਡੇ ਕੋਲ ਦੇਖਣ ਵਾਲਾ ਹੀ ਨਾ ਹੋਏ। ਇਹਦੇ ਲਈ ਆਪਣਾ ਖਿਆਲ ਵੀ ਕਰਨਾ ਪੈਂਦਾ। ਮੈਂ ਇਹ ਤਾਂ ਫਿਲੋਸਫੀਕਲ ਮੈਸੇਜ ਮੈਂ ਦੇ ਰਿਹਾ, ਤੇ ਇਹਦੇ 'ਚ ਕੋਈ ਸਾਇੰਸ ਨਹੀਂ, ਬਟ ਫਿਲੋਸਫੀ ਇਹ ਹੈ ਕਿ ਇਸ ਕੰਟਰੀ 'ਚ ਬੜਾ ਇੰਪੋਰਟੈਂਟ ਹੈ ਆਪਣੀ ਸਿਹਤ ਤੇ ਖਿਆਲ ਰੱਖੋ। ਡਾਕਟਰ ਸਾਹਿਬ ਆਪਣੇ ਅਕਾਊਂਟੀ ਵਿੱਚ ਕਿੱਥੇ ਇੰਜੈਕਸ਼ਨ ਲੱਗ ਰਹੇ ਆ ਕੋਵਿਡ ਦੇ ਹੁਣ? ਮੈਂ ਇਹ ਬਾਰੇ ਕਹਿ ਨਹੀਂ ਸਕਦਾ, ਇਹ ਮੇਰਾ ਖਿਆਲ ਇੱਧਰ ਬੈਂਕ ਨੂੰ ਪੁੱਛਣਾ, ਉਹ ਹੀ ਇਜ਼ ਅ ਗੁੱਡ ਕਨੈਕਸ਼ਨ ਫॉर दैट। ਹਾਂਜੀ, ਮੈਂ ਤਾਂ ਉਹ ਵੀ ਸੁਣ ਹਸਪਤਾਲ ਦਾ ਰਹੇ ਆ। ਦੱਸ ਸਕਦਾ ਕਿਉਂਕਿ ਮੈਂ ਇਨਵੋਲਵਡ ਘੱਟ ਆ ਕੋਵਿਡ ਵੈਕਸੀਨ ਇਟਸੈਲਫ ਤੇ ਐਡਮਿਨਿਸਟ੍ਰੇਸ਼ਨ, ਕਿਉਂਕਿ ਮੇਰੀ ਫੀਲਡ ਨਹੀਂ ਹੈ, ਪਰ ਵੀ ਆਰ ਇਨਵੋਲਵਡ ਇਨ ਇਟ ਇਨਡਾਇਰੈਕਟਲੀ। ਤੇ ਮੈਂ ਪਤਾ ਕਰਦਾ ਕਿ ਜਿਹੜੇ ਸਟੈਟਿਸਟਿਕਸ ਇਹ ਉਹਨਾਂ ਨੂੰ ਹੈਲਥ ਡਿਪਾਰਟਮੈਂਟ ਵਾਲਿਆਂ ਨੂੰ ਪਤਾ ਹੋਣਾ। ਜਿਹੜੀ ਮੈਂ ਤੁਹਾਨੂੰ ਹੈਂਡ ਆਊਟ ਦਿੱਤਾ ਨਾ, ਉਹਦੇ 'ਚ ਮੇਰਾ ਖਿਆਲ ਤੁਸੀਂ ਇੱਕ 800 ਨੰਬਰ ਆ ਉਹਨੂੰ ਕਾਲ ਕਰ ਲਓ, ਉਹ ਤੁਹਾਨੂੰ ਦੱਸ ਦਿੰਦੇ। ਕੋਵਿਡ ਵੈਕਸੀਨ ਇਸ ਵੇਲੇ ਡੈਲੋਰਾ ਕਾਉਂਟੀ 'ਚ ਐਸਟਨ ਸ਼ਹਿਰ ਆ, ਐਸਟਨ ਕਮਿਊਨਿਟੀ ਸੈਂਟਰ, ਉੱਥੇ ਕੱਲ ਨੂੰ ਸ਼ੁਰੂ ਹੋਣ ਲੱਗੀ ਆ। ਤੇ ਹਾਲੇ ਵੀ ਕੇਵਲ ਭਾਜੀ ਉਹ ਹਾਲੇ ਵੀ 1B ਲਈ ਆ, ਜਿੱਦਾਂ ਡਾਕਟਰ ਸਾਹਿਬ ਦੱਸਦੇ ਸੀ, ਆਪਾਂ 1B ਦੇ ਫੇਸ ਹੁਣ ਆ ਚੁੱਕੇ ਆ, ਸ਼ੁਰੂ ਕਰ ਲੱਗੇ। ਨਹੀਂ 1A ਫੇਸ ਤੇ ਤਾਂ ਹੈ, ਪਰ ਉਹ ਕੁਐਸਚਨ ਸੀ ਕਿ ਕਿੰਨੇ ਇਹਨੂੰ ਲੱਗ ਚੁੱਕੇ, ਮੈਨੂੰ ਉਹ ਮੈਂ ਨਹੀਂ ਅਮਾਉਂਟ ਨਹੀਂ ਪਤਾ। ਡੈਲੋਰਾ ਕਾਉਂਟੀ 'ਚ I think about 14,000 ਬੰਦੇ ਨੂੰ ਲੱਗ ਚੁੱਕਾ ਆ। It was good. Thank you for sharing. Yeah, I mean, with all the hospitals, the doctors, nurses, including everybody, I think 14,000. ਇਹ ਤੁਸੀਂ ਸਾਰੀ ਡਿਟੇਲ ਇੱਕ ਵਾਰੀ ਆਪਣੇ ਉਹ ਗਰੁੱਪ 'ਚ ਸ਼ੇਅਰ ਕਰ ਦਿਓ, ਕਦੋਂ ਕਿਹਨੂੰ ਮਤਲਬ ਵੀ ਆਥੋਰਾਈਜ਼ ਆ ਵੀ ਉੱਥੇ ਜਾ ਸਕਦੇ ਆ, ਕਿਹੜੀ ਜਗ੍ਹਾ ਦੇ ਉੱਤੇ, ਤੇ ਸਾਰਿਆਂ ਵਾਸਤੇ ਮੈਂ ਕਹਿੰਦਾ ਈਜ਼ੀ ਰਹੇਗਾ। ਠੀਕ ਹੈ ਭਾਜੀ, ਹਾਂਜੀ ਉਹ ਤੇ ਸ਼ੇਅਰ ਕਰ ਸਕਦੇ ਆ, ਤੇ ਕੋਈ ਪ੍ਰੋਬਲਮ ਨਹੀਂ, ਸ਼ੇਅਰ ਕਰ ਸਕਦੇ ਆ, ਉਹ ਪਬਲਿਕ ਇਨਫੋਰਮੇਸ਼ਨ ਆ, ਉਹ ਕਰ ਸਕਦੇ। ਹਾਂਜੀ, ਤੇ ਉਹ ਸਾਰਿਆਂ ਨੂੰ ਈਜ਼ੀ ਰਹੇਗਾ, ਤੇ ਮਤਲਬ ਆਪਣੀ ਸਹੂਲਤ ਅਨੁਸਾਰ ਫਿਰ ਬੰਦਾ ਜਾ ਸਕਦਾ ਉੱਥੇ। ਜੀ ਬਿਲਕੁਲ ਹਾਂਜੀ, ਠੀਕ ਹੈ ਜੀ, ਥੈਂਕ ਯੂ। ਓਕੇ, ਹਾਂਜੀ, ਹੋਰ ਕੋਈ ਕੁਐਸਚਨ? ਤਰਲੋਕ ਸਿੰਘ, ਤੁਹਾਡਾ ਲਾਸਟ ਕੁਐਸਚਨ ਸੀ, ਕੁਝ ਕਹਿ ਰਹੇ ਸੀ ਤੁਸੀਂ, ਤਰਲੋਕ ਅਰੋੜਾ? ਹਾਂਜੀ, ਥੈਂਕਸ एवरीवन ਫॉर ਜੁਆਇਨਿੰਗ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਮੈਂ ਰਿਕੁਐਸਟ ਕਰਾਂਗਾ ਕਿ ਤੁਸੀਂ ਵਨਸ ਏ ਮੰਥ, ਨੈਕਸਟ ਮੰਥ ਵੀ ਸਾਡੇ ਕੋਲੇ ਜੋ ਟਾਈਮ ਲੱਗਿਆ, ਵਨਸ ਏ ਮੰਥ ਪਲੀਜ਼ ਸਾਨੂੰ ਜੁਆਇਨ ਕਰਿਆ ਕਰੋ, ਤਾਂ ਕਿ
ਐਨੀ ਟਾਈਮ ਆਮ ਆਨਰਡ ਕਿ ਤੁਸੀਂ ਮੈਨੂੰ ਬੁਲਾਇਆ ਹਾਂਜੀ ਤੇ ਮੈਂ ਅਵੇਲੇਬਲ ਹਾਂ ਤੇ ਤੁਸੀਂ ਉਦਾਂ ਹੀ ਕਾਲ ਕਰਦੇ ਹੋ ਕਦੇ ਮੈਨੂੰ ਕਾਲ ਤੇ ਵੀ ਪੁੱਛ ਸਕਦੇ ਹੋ ਪਰ ਮਹੀਨੇ ਵਨਸ ਅ ਮੰਥ ਅਸੀਂ ਹਰ ਡਿਫਰੈਂਟ ਟੌਪਿਕ ਲੈ ਸਕਦੇ ਹਾਂਜੀ ਠੀਕ ਹੈ, ਮਕਸਦ ਇਹੀ ਹੈ ਕਿ ਨੈਕਸਟ ਸਾਡੀ ਟਾਈਮ ਤੁਸੀਂ ਕਮਿਊਨਿਟੀ ਟੌਪਿਕ ਹੈਲਥੀ ਲੈ ਹੋਵੇ। ਸਕਦੇ ਹੋ ਹਾਂਜੀ ਹਾਰਟ ਦੇ ਵਿੱਚ ਸਟੈਂਟਸ ਪੈ ਰਹੇ ਲੋਕਾਂ ਨੂੰ ਬਾਈਪਾਸ ਹੋ ਰਿਹਾ ਕਿਹੜੇ ਕੈਂਡੀਡੇਟ ਆ ਕਿਹੜੇ ਨਹੀਂ ਕੈਂਡੀਡੇਟ ਉਹਦੀ ਕੇਅਰ ਕਿਵੇਂ ਕਰਨੀ ਚਾਹੀਦੀ ਬਾਅਦ ਉਹ ਵੀ ਬੜਾ ਇੰਪੋਰਟੈਂਟ ਹਾਂਜੀ ਸਟੰਟ ਉਹ ਮੈਂ ਅਗਲੇ ਸੁਣਿਆ ਮਹੀਨੇ ਬਹੁਤ ਫਿਰ ਪਿਆਰੇ। ਦੇਖੋ ਹਾਂਜੀ ਠੀਕ ਹੈ, ਹਾਂ ਚਲੋ ਜੀ ਬਹੁਤ ਬਹੁਤ ਸ਼ੁਕਰੀਆ ਓਕੇ ਥੈਂਕ ਯੂ एवरीवन, ਥੈਂਕਸ ਫॉर ਜੁਆਇਨਿੰਗ, ਥੈਂਕ ਥੈਂਕ ਯੂ ਯੂ ਮਚ, ਸਤਿ ਸ੍ਰੀ ਅਕਾਲ ਭਾਜੀ। ਥੈਂਕ ਯੂ ਥੈਂਕ ਯੂ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।